ਕਿਉ ਸਚਿਆਰਾ ਹੋਈਐ, ਕਿਉ ਸਚਿਆਰਾ ਹੋਈਐ, ਕਿਉ ਸਚਿਆਰਾ ਹੋਈਐ, ਕਿਉ ਕੂੜੈ ਟੁੱਟੈ ਪਾਲ, ਕਿਉ ਕੂੜੈ ਟੁੱਟੈ ਪਾਲ, ਕਿਉ ਸਚਿਆਰਾ ਹੋਈਐ, ਕਿਉ ਸਚਿਆਰਾ ਹੋਈਐ, ਕਿਉ ਕੂੜੈ ਟੁੱਟੈ ਪਾਲ, ਕਿਉ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਨਕ ਲਿਖਿਆ ਨਾਮ, ਕਿਉ ਸਚਿਆਰਾ ਹੋਈਐ, ਕਿਉ ਸਚਿਆਰਾ ਹੋਈਐ, ਕਿਉ ਕੂੜੈ ਟੁੱਟੈ ਪਾਲ, ਕਿਉ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਨਕ ਲਿਖਿਆ, ਨਾਨਕ ਲਿਖਿਆ, ਨਾਨਕ ਲਿਖਿਆ ਪਿਆਰੀ ਸਾਧ ਸੰਗਤ ਜੀ, ਹੁਣ ਤੱਕ ਜੋ ਅਸੀਂ ਵਿਚਾਰ ਚੁੱਕੇ ਹਾਂ 27 ਪੌੜੀਆਂ 'ਚ, ਉਹਦੇ ਵਿੱਚ ਅਸੀਂ ਇਹ ਸਮਝਣ ਦਾ ਯਤਨ ਕੀਤਾ ਕਿ ਜਦੋਂ ਮਨ ਇਹ ਰਿਕੁਐਸਟ ਕਰਦਾ ਕਿ ਮੈਂ ਕੁੜਿਆਰ ਤੋਂ ਸਚਿਆਰ ਕਿਵੇਂ ਬਣਨਾ, ਤਾਂ ਉਸ ਨੂੰ ਕੁੜਿਆਰ ਤੋਂ ਸਚਿਆਰ ਬਣਨ ਵਾਸਤੇ ਜੇਕਰ ਅਸੀਂ ਆਪਣੀ ਯਾਤਰਾ ਸ਼ੁਰੂ ਕੀਤੀ ਤਾਂ ਸਾਰੀ ਜਪਜੀ ਸਾਹਿਬ ਦੀ ਹੁਣ ਤੱਕ ਜਿੱਥੇ ਤੱਕ ਵਿਚਾਰ 'ਤੇ ਅਸੀਂ ਪਹੁੰਚੇ, ਗੁਰੂ ਸਾਹਿਬ ਉਸ ਮਨ ਨੂੰ ਸਮਝਾ ਰਹੇ ਨੇ ਕਿ ਕੁੜਿਆਰ ਤੋਂ ਸਚਿਆਰ ਬਣਨ ਵਾਸਤੇ ਪਹਿਲਾਂ ਡਾਇਗਨੋਜ਼ ਕਰਨਾ ਚਾਹੀਦਾ ਹੈ ਕਿ ਕੁੜਿਆਰ ਕਿਵੇਂ ਬਣਦੇ ਨੇ। ਮੀਨਸ ਕੁੜਿਆਰ ਦੇ ਕੀ ਸਿੰਪਟਮਸ ਹਨ, ਉਹਦੇ ਲੱਛਣ ਕੀ ਹਨ, ਇਨਸਾਨ ਕੈਸਾ ਹੁੰਦਾ ਕੁੜਿਆਰ ਵਾਲਾ। ਕੁੜਿਆਰ ਨੂੰ ਗੁਰੂ ਦੀ ਗੱਲ ਪਸੰਦ ਨਹੀਂ ਹੁੰਦੀ, ਕੁੜਿਆਰ ਦੀ ਮੱਤ ਬਾਤ ਨਾ ਪੁੱਛੇ ਕਿ ਅੰਦਰ ਦੇ ਰੱਬ ਜੀ ਦੀ ਬਾਤ ਨਹੀਂ ਪੁੱਛਦੀ। ਗੁਰੂ ਸਾਹਿਬ ਕਹਿੰਦੇ ਨੇ ਜਿਹਨੂੰ ਸਤਿਗੁਰ ਦੀ ਗੱਲ ਚੰਗੀ ਲੱਗਦੀ ਹੈ, ਉਹਦੇ ਮਨ ਦੀ ਅਵਸਥਾ ਹੁੰਦੀ ਹੈ, ਕੋਈ ਕਰ ਗੱਲ ਸੁਣਾਵੇ ਹਰਨਾਮ ਕੀ, ਸੋ ਲਗੇ ਗੁਰਸਿੱਖਾ ਮਨ ਮਿੱਠਾ। ਲੇਕਿਨ ਜੇ ਸਾਡੀ ਇੱਛਾ ਹੀ ਨਹੀਂ ਹੈ, ਤਾਂ ਇੱਛਾ ਨਾ ਹੋਣ ਦਾ ਮਤਲਬ ਇਹ ਹੈ ਕਿ ਮੇਰਾ ਮਨ ਔਰ ਮਨ ਕਰਕੇ ਮੇਰੀ ਮੱਤ ਚਾਹੁੰਦੇ ਹੀ ਨਹੀਂ ਹਨ। ਉਸ ਅਵਸਥਾ ਨੂੰ ਕਹਿੰਦੇ ਨੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ। ਮੀਨਸ ਜੇ ਆਪਣੇ ਆਪ ਨੂੰ ਰੱਬ ਜੀ ਦੇ ਨਜ਼ਰੀਏ ਹੇਠ ਲਿਆਉਣ ਦਾ ਦਿਲ ਹੀ ਨਹੀਂ ਹੈ ਕਿ ਰੱਬ ਜੀ ਤੁਹਾਡਾ ਨਜ਼ਰੀਆ ਕੀ ਹੈ, ਓ ਮਾਈ ਗੋਡ ਹਾਊ ਯੂ ਰਨ ਯੂਅਰ ਸ੍ਰਿਸ਼ਟੀ, ਤੁਸੀਂ ਕਿਸ ਤਰ੍ਹਾਂ ਆਪਣੀ ਰਜ਼ਾ ਵਿੱਚ ਸਾਰਾ ਸ੍ਰਿਸ਼ਟੀ ਨੂੰ ਚਲਾਉਂਦੇ ਹੋ। ਜੇ ਸੁਣਨ ਔਰ ਸਮਝਣ ਦਾ ਚਿੱਤ ਹੀ ਨਹੀਂ ਹੈ ਤਾਂ ਉਸ ਅਵਸਥਾ ਨੂੰ ਕਹਿੰਦੇ ਨੇ ਜੇ ਤਿਸ ਨਜ਼ਰ ਨਾ ਆਵੇ। ਮੀਨਸ ਜਦੋਂ ਮਨ ਆਪਣੀ ਮੱਤ ਨੂੰ ਰੱਬ ਜੀ ਦੀ ਨਜ਼ਰ ਹੇਠਾਂ ਨਹੀਂ ਕਰਦਾ ਹੈ ਤਾਂ ਬਾਤ ਨਾ ਪੁੱਛੇ ਕਿ। ਅਸੀਂ ਪਹਿਲਾਂ ਇਹਦੇ ਅਰਥ ਇਹ ਸਮਝਦੇ ਹੁੰਦੇ ਸੀ ਰੱਬ ਜੀ ਉਹਦੀ ਬਾਤ ਨਹੀਂ ਪੁੱਛਦੇ, ਪਰ ਰੱਬ ਜੀ ਬਾਤ ਪੁੱਛਦੇ ਨੇ।
ਦੁਨੀਆ ਦੇ ਜਿਹੜੇ ਆਮ ਇਨਸਾਨ ਹੁੰਦੇ ਨੇ ਨਾ, ਕਿਸੇ ਵੀ ਲੈਵਲ ਵਾਲੇ, ਕਿਸੇ ਵੀ ਦੇਸ਼ ਵਾਲੇ, ਕਿਸੇ ਮਜ਼ਹਬ ਵਾਲੇ, ਕਿਸੇ ਸਟੇਟਸ ਵਾਲੇ, ਅਮੀਰ ਜਾਂ ਗਰੀਬ, ਉਹ ਜਦੋਂ ਆਪਣੇ ਬੱਚੇ ਨਾਲ ਪਿਆਰ ਕਰਦੇ ਨੇ ਨਾ, ਉਹ ਕਦੇ ਵੀ ਬੱਚੇ ਨੂੰ ਇਗਨੋਰ ਨਹੀਂ ਕਰਦੇ ਨੇ, ਉਹ ਬੱਚੇ ਦੀ ਬਾਤ ਪੁੱਛਦੇ ਹੀ ਨੇ। ਤਾਂ ਰੱਬ ਜੀ ਜੋ ਸਭ ਦਾ ਮਾਈ ਬਾਪ ਹੈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਉਹਨੂੰ ਅਸੀਂ ਕਹਿੰਦੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤੇ ਉਹ ਰੱਬ ਜੀ ਬਾਤ ਨਹੀਂ ਪੁੱਛਣਗੇ। ਦਰਅਸਲ ਗੱਲ ਕੀ ਹੈ, ਮੇਰਾ ਮਨ ਬਾਤ ਪੁੱਛਣਾ ਨਹੀਂ ਚਾਹੁੰਦਾ। ਜਦੋਂ ਮੇਰਾ ਮਨ ਬਾਤ ਨਹੀਂ ਪੁੱਛਣਾ ਚਾਹੁੰਦਾ, ਉਸ ਅਵਸਥਾ ਨੂੰ ਕਹਿੰਦੇ ਨੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ। ਜਦੋਂ ਮੇਰਾ ਮਨ ਬਾਤ ਪੁੱਛਣਾ ਹੀ ਨਹੀਂ ਚਾਹੁੰਦਾ, ਤਾਂ ਮਤਲਬ ਇਹ ਹੋਇਆ ਕਿ ਉਹ ਬੜਾ ਨੀਵੇਂ ਕਿਰਦਾਰ ਵਾਲਾ, ਬੜਾ ਮੰਦੇ ਕੀੜਿਆਂ ਦੀ ਜੀਵਨੀ ਵਾਲਾ ਜੀਵਨ ਮੇਰਾ ਮਨ ਜਿਉਂਦਾ ਹੈ, ਕੀਟਾਂ ਅੰਦਰ ਕੀਟ ਵਾਲਾ, ਕੀੜਿਆਂ ਮਕੌੜਿਆਂ ਵਾਲਾ। ਕੀਟਾਂ ਅੰਦਰ ਕੀਟ ਕਰ ਦੋਸ਼ੀ, ਆਪਣੇ ਆਪ ਨੂੰ ਮਨ ਦੋਸ਼ੀ ਜੀਵਨ ਵਿੱਚ ਪਾਈ ਰੱਖਦਾ ਹੈ। ਰੱਬ ਜੀ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦੇ ਨੇ, ਕਿਉਂਕਿ ਰੱਬ ਜੀ ਮਿੱਠ ਬੋਲੜੇ ਨੇ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਪਰ ਗੁਰੂ ਸਾਹਿਬ ਕਹਿੰਦੇ ਨੇ ਇੱਕ ਵਡਿਆਈ ਹੈ ਰੱਬ ਜੀ ਦੀ, ਨਾਨਕ ਨਿਰਗੁਣ ਗੁਣ ਕਰੇ। ਜਿਹੜਾ ਨਿਰਗੁਣਿਆਰਾ ਚਾਹੁੰਦਾ ਹੈ ਕਿ ਮੈਨੂੰ ਰੱਬ ਜੀ ਦਾ ਗੁਣ ਮਿਲੇ, ਉਸ ਨੂੰ ਦੇ ਦਿੰਦੇ ਨੇ। ਨਿਰਗੁਣਿਆਰੇ ਨੂੰ ਗੁਣ ਦੇ ਦਿੰਦੇ ਨੇ। ਗੁਣਵੰਤਿਆਂ ਅਤੇ ਜਿਨ੍ਹਾਂ ਕੋਲ ਗੁਣ ਹਨ, ਉਹ ਆਪਣੇ ਗੁਣ ਜੇ ਚੰਗੇ ਚੰਗੇ ਪ੍ਰੈਕਟਿਸ ਕਰਦੇ ਹਨ, ਛੱਡਦੇ ਨਹੀਂ ਹਨ, ਉਹਨਾਂ ਨੂੰ ਹੋਰ ਗੁਣ ਦੇ ਦਿੰਦੇ ਨੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਇਸ ਤੋਂ ਬਾਅਦ ਅਸੀਂ ਪੌੜੀਆਂ ਪੜ੍ਹੀਆਂ ਸੋਹਣਿਆਂ ਦੀਆਂ 4, ਉਹਨਾਂ ਨੂੰ ਵਿਚਾਰਿਆ। ਫਿਰ ਅਸੀਂ ਪੌੜੀਆਂ ਪੜ੍ਹੀਆਂ ਮੰਨੇ ਦੀਆਂ 4, ਉਹਨਾਂ ਨੂੰ ਵਿਚਾਰਿਆ। ਇਸ ਤਰ੍ਹਾਂ ਕਰਦੇ ਕਰਦੇ ਅਸੀਂ ਉਸ ਮਨ ਨੂੰ ਸਮਝ ਆਉਂਦੀ ਜਾ ਰਹੀ ਹੈ ਕਿ ਮੈਨੂੰ ਅਮੁੱਲ ਗੁਣ ਭਾਵ ਚੰਗੇ ਚੰਗੇ ਬੇਅੰਤ ਗੁਣਾਂ ਦਾ ਵਪਾਰ ਕਰਨਾ ਹੈ। ਤਾਂ ਅਸੀਂ 26 ਨੰਬਰ ਪੌੜੀ 'ਤੇ ਪਹੁੰਚੇ ਸੀ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ। ਰੱਬ ਜੀ ਦੇ ਭੰਡਾਰ ਭਰੇ ਹੋਏ ਨੇ ਰੱਬੀ ਗੁਣਾਂ ਦੇ ਨਾਲ, ਗੋਡਲੀ ਕੁਆਲਿਟੀਜ਼ ਦੇ ਨਾਲ। ਜੋ ਮਨ ਚਾਹੁੰਦਾ ਹੈ ਕਿ ਮੈਂ ਕੁੜਿਆਰ ਤੋਂ ਸਚਿਆਰ ਬਣਨਾ ਹੈ, ਹੂਸੋਐਵਰ, ਦੁਨੀਆ ਦਾ ਕੋਈ ਵੀ ਇਨਸਾਨ ਜਦੋਂ ਉਹ ਚਾਹੁੰਦਾ ਹੈ ਕਿ ਮੈਨੂੰ ਰੱਬੀ ਗੁਣ ਮਿਲਣ, ਮੈਂ ਆਪਣੇ ਅਵਗੁਣਾਂ ਦੇ ਕਾਰਨ, ਕੂੜ ਦੇ ਕਾਰਨ ਤੁਹਾਡੇ ਤੋਂ ਟੁੱਟਾ ਹੋਇਆ ਵਾਂ। ਜਦੋਂ ਅਸੀਂ ਰੱਬ ਜੀ ਤੋਂ ਕੂੜ ਤੋਂ ਟੁੱਟੇ ਹੁੰਦੇ ਆ ਨਾ, ਤਾਂ ਸਾਡੀ ਅਵਸਥਾ ਕੀ ਹੁੰਦੀ ਆ? ਵਿਛੜੇ ਕੀਰਤ ਕਰਮ ਕੇ ਵਿਛੜੇ, ਵਿਛੜੇ ਕੀਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ। ਵਿਛੜੇ ਕੀਰਤ ਕਰਮ ਕੇ ਵਿਛੜੇ। ਆਪਣੇ ਆਪ ਨੂੰ ਇਸ ਅਵਸਥਾ 'ਚ ਲਿਆਉਣ ਦੀ ਆਦਤ ਪਾਣੀ ਕਿ ਮੈਂ ਮਹਿਸੂਸ ਕਰ ਰਿਹਾ ਮੇਰੇ ਰੱਬ ਜੀ, ਮੇਰੇ ਬਿਲਵਡ ਜੀ, ਮੇਰੇ ਪ੍ਰੀਤਮ ਜੀ, ਮੇਰੇ ਸ਼ੌਹ ਜੀ, ਮੈਂ ਤੁਹਾਡੇ ਤੋਂ ਵਿਛੜਿਆ ਹੋਇਆ ਅਤੇ ਵਿਛੜਿਆ ਹਾਂ ਮੇਰੇ ਅਵਗੁਣਾਂ ਕਰਕੇ। ਅਵਗੁਣ ਮੇਰੀ ਤੁਹਾਡੇ ਨਾਲ ਦੂਰੀ ਪਾਉਂਦੇ ਨੇ, ਉਹਨਾਂ ਨੂੰ ਕੂੜ ਕੀ ਪਾਲ ਕਹਿੰਦੇ ਨੇ। ਉਹ ਪਾਲ ਕਿਵੇਂ ਟੁੱਟੇ? ਇਸ ਅਵਸਥਾ 'ਚ ਜਾ ਕੇ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਨਾ, ਰੋਜ਼ ਸਵੇਰੇ ਅਸੀਂ ਕੰਮਾਂ ਕਾਜਾਂ 'ਚ ਬਿਜ਼ੀ ਹੁੰਦੇ ਹਾਂ, ਕੱਪੜੇ ਨਿਚੋੜਨ ਤੱਕ ਬਿਜ਼ੀ ਹੁੰਦੇ ਹਾਂ, ਨਹਾਉਣ ਧੋਣ 'ਚ ਬਿਜ਼ੀ ਹੁੰਦੇ ਹਾਂ, ਸਾਡਾ ਜਪਜੀ ਸਾਹਿਬ ਲੰਘ ਜਾਂਦਾ ਹੈ। ਸਾਡੀ ਜ਼ਬਾਨ ਤੋਂ ਅਸੀਂ ਬੋਲ ਰਹੇ ਹੁੰਦੇ ਹਾਂ। ਜ਼ਬਾਨ ਤੋਂ ਯਾਦ ਕਰਨਾ ਅੱਛੀ ਗੱਲ ਹੈ, ਜ਼ਬਾਨ ਤੋਂ ਉੱਠਦਿਆਂ ਬੈਠਦਿਆਂ ਕੰਮ ਕਾਜ ਕਰਦਿਆਂ ਵੀ ਪਾਠ ਕਰਨਾ ਅੱਛੀ ਗੱਲ ਹੈ। ਲੇਕਿਨ ਸਾਨੂੰ ਇਹ ਸਮਾਂ ਕਦੋਂ ਮਿਲੇ ਕਿ ਮੈਂ ਵਿਚਾਰਾਂ ਕਿ ਮੈਂ ਰੱਬ ਜੀ ਤੁਹਾਡੇ ਤੋਂ ਵਿਛੜਿਆ ਹਾਂ, ਮੇਰੇ ਔਰ ਤੁਹਾਡੇ ਵਿਚਕਾਰ ਕੋਈ ਹਰਡਲ, ਕੋਈ ਰੁਕਾਵਟ, ਕੋਈ ਦੂਰੀ ਹੈ,
ਔਰ ਉਹ ਹਰਡਲ ਰੁਕਾਵਟ ਦੂਰੀ ਮੇਰੇ ਅਵਗੁਣ ਹਨ। ਉਹ ਮੇਰੇ ਅਵਗੁਣਾਂ ਦੀ ਦੀਵਾਰ ਤੁਹਾਡੇ ਨਾਲ ਕਿਸ ਤਰ੍ਹਾਂ ਟੁੱਟੇ। ਹਾਊ ਟੂ ਗੈਟ ਰਿਡ ਆਫ ਦਿਸ ਗੈਪ। ਮੈਂ ਇਸ ਗੈਪ ਨੂੰ ਕਿਵੇਂ ਦੂਰ ਕਰਾਂ। ਤਾਂ ਆਪਣੇ ਬਾਰੇ ਮੰਨਾਂਗੇ ਕਿ ਮੈਨੂੰ ਕੂੜ ਦੀ ਪਾਣ ਚੜ੍ਹੀ ਹੋਈ ਹੈ। ਮੈਂ ਉਸ ਤੋਂ ਕਿਵੇਂ ਟੁੱਟਾਂ, ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟਾ ਪਾਲ। ਸੋ ਅਸੀਂ ਇੱਥੇ ਤੱਕ ਪਹੁੰਚੇ ਕਿ ਉਹ ਅਮੁੱਲ ਗੁਣਾਂ ਦੇ ਵਪਾਰ ਬਾਰੇ ਸਮਝਦਾ ਹੈ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀ, ਅਮੁੱਲ ਭੰਡਾਰ, ਅਮੁੱਲ ਆਵੇਂ, ਅਮੁੱਲ ਲੈ ਜਾ, ਅਮੁੱਲ ਪਾਏ, ਮੁੱਲਾ ਸਮਾਏ। ਉਹ ਚੰਗੇ ਚੰਗੇ ਗੁਣ ਲਈ ਜਾਂਦਾ, ਰੱਬ ਜੀ ਦੇ ਗੁਣਾਂ ਵਿੱਚ ਸਮਾਉਂਦਾ ਜਾਂਦਾ ਹੈ। ਲੈਂਦਾ ਕਿੱਥੋਂ ਹੈ? ਚੰਗੇ ਗੁਣ ਕਿੱਥੋਂ ਲੈਂਦਾ ਹੈ? ਰੱਬ ਜੀ ਦੇ ਦਰ ਤੋਂ। ਸਵਾਲ ਉੱਠਦਾ ਹੈ, ਰੱਬ ਜੀ ਦਾ ਦਰ ਕਿੱਥੇ ਹੈ? ਗੁਰਬਾਣੀ ਕਹਿੰਦੀ ਹੈ, ਫਰੀਦਾ ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੰਡੇ। ਰੱਬ ਤਾਂ ਤੇਰੇ ਹਿਰਦੇ 'ਚ ਵਸਦਾ ਹੈ। ਅੱਛਾ, ਰੱਬ ਜੀ ਜੇ ਮੇਰੇ ਹਿਰਦੇ 'ਚ ਵਸਦੇ ਨੇ ਤਾਂ ਰੱਬ ਜੀ ਦਾ ਸਟੋਰ, ਰੱਬ ਜੀ ਦਾ ਭੰਡਾਰ, ਰੱਬ ਜੀ ਦਾ ਦਰ, ਰੱਬ ਜੀ ਦੀ ਦਰਗਾਹ ਮੇਰੇ ਅੰਦਰ ਹੈ। ਯੈਸ ਆਫ ਕੋਰਸ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਖੋਜਦਾ ਉਹਨੂੰ ਆਪਣੇ ਅੰਦਰੋਂ ਰੱਬ ਜੀ, ਅੰਦਰ ਰੱਬ ਜੀ ਦੀ ਦਰ, ਅੰਦਰ ਰੱਬ ਜੀ ਦੀ ਸਟੋਰੇਜ, ਭੰਡਾਰ, ਸਾਚੇ ਸਾਹਿਬਾ ਕਿਆ ਨਹੀਂ ਕਰਦੇ। ਰੱਬ ਜੀ ਦਾ ਦਰ ਘਰ ਮਿਲ ਜਾਂਦਾ ਹੈ। ਇਸ ਕਰਕੇ ਅਮੁੱਲ ਗੁਣਾਂ ਦੇ ਵਪਾਰ ਦੀ ਜਿਹੜੀ ਉਸਨੂੰ ਖਜ਼ਾਨੇ ਦੀ ਚਾਬੀ ਮਿਲਦੀ ਹੈ ਨਾ, ਉਹ ਹੈ ਅਗਲੀ ਪੌੜੀ, ਸੋ ਦਰ ਦੀ। ਜਦੋਂ ਉਹ ਸੋਦਰ ਦੇ ਅੰਦਰ ਪਹੁੰਚਦਾ ਹੈ, ਉਹਨੂੰ ਸੋਦਰ ਦੇ ਅੰਦਰ ਰੱਬ ਜੀ ਦੇ ਚੰਗੇ ਚੰਗੇ ਗੁਣ ਮਿਲਦੇ ਹਨ। ਇਸ ਕਰਕੇ ਉਹ ਕਹਿੰਦਾ ਹੈ, ਸੋਦਰ ਕੈਸੇ ਛੋੜੀਐ, ਸੋਦਰ ਕੈਸੇ ਛੋੜੀਐ, ਜੋ ਦਰ ਐਸਾ ਹੋਏ, ਜੋ ਦਰ ਐਸਾ ਹੋਏ, ਜੋ ਦਰ ਐਸਾ ਹੋਏ, ਸੋ ਦਰ ਕੈਸੇ ਛੋੜੀਐ। ਕਬੀਰ ਜੈ ਦਰ ਆਵਤ ਜਾਤੇ ਹੋ, हट कै नाही कोए, हट कै नाही कोए, हट कै नाही कोए, सो दर कैसे छोड़िए, सो दर कैसे छोड़िए, जो दर ऐसा होए, जो दर ਉਹ ਇਹ ਵਾਲਾ ਦਰ ਛੱਡਣਾ ਚਾਹੁੰਦਾ ਹੀ ਨਹੀਂ ਹੈ। ਭਾਵ ਕੀ ਨਿਕਲਿਆ? ਫਰਜ਼ ਕਰੋ ਇੱਕ ਇਨਸਾਨ ਹੈ, ਉਸਨੂੰ ਇਹ ਅਵਸਥਾ ਪ੍ਰਾਪਤ ਹੋਈ ਹੈ, ਉਹ ਇਹ ਵਾਲਾ ਦਰ ਛੱਡਣਾ ਨਹੀਂ ਚਾਹੁੰਦਾ। ਰੱਬ ਜੀ ਦਾ ਦਰ, ਰੱਬ ਜੀ ਦਾ ਦਰ ਛੱਡਣਾ ਨਹੀਂ ਚਾਹੁੰਦਾ ਦਾ ਮਤਲਬ ਕੀ ਹੈ? ਉਹ ਰੱਬ ਜੀ ਵਾਲੇ ਚੰਗੇ ਚੰਗੇ ਗੁਣਾਂ ਦਾ ਖਜ਼ਾਨਾ ਨਹੀਂ ਛੱਡਣਾ ਚਾਹੁੰਦਾ। ਉਹ ਗੋਡਲੀ ਕੁਆਲਿਟੀਜ਼, ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਵਰਚੂਜ਼ ਕਹਿੰਦੇ ਹਾਂ, ਚੰਗੇ ਚੰਗੇ ਮੋਰਲਸ ਔਰ ਆਈਡੀਅਲਸ ਨੂੰ, ਇਨਸਾਨੀਅਤ ਭਰਪੂਰ ਜੀਵਨੀ ਦੇ ਕਰੈਕਟਰ ਦੇ ਸਦਾਚਾਰੀ ਗੁਣਾਂ ਨੂੰ ਉਹ ਛੱਡਣਾ ਨਹੀਂ ਚਾਹੁੰਦਾ। ਅਸੀਂ ਛੇਤੀ ਨਾਲ ਆਪਣੀ ਨਮਰਤਾ ਛੱਡ ਦਿੰਦੇ ਹਾਂ, ਸਬਜੈਕਟ ਟੂ ਅਦਰਸ। ਅਸੀਂ ਛੇਤੀ ਨਾਲ ਟਿਟ ਫॉर ਟੈਟ ਕਰਦੇ ਹਾਂ, ਸਬਜੈਕਟ ਟੂ ਦੂਸਰਿਆਂ ਨੇ ਮੇਰੇ ਨਾਲ ਇੰਝ ਕੀਤਾ। ਵੀ ਆਲਵੇਜ਼ ਡਰॉप ਆਵਰ ਗੁੱਡ ਕੁਆਲਿਟੀਜ਼। ਜੋ ਇਨਸਾਨ ਗੁੱਡ ਕੁਆਲਿਟੀਜ਼ ਨਹੀਂ ਛੱਡਣਾ ਚਾਹੁੰਦਾ, ਮਾਨੋ ਉਹ ਰੱਬ ਜੀ ਦਾ ਦਰ ਛੱਡਣਾ ਨਹੀਂ ਚਾਹੁੰਦਾ। ਇਸ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਕਿ ਉਹ ਅਮੁੱਲ ਗੁਣਾਂ ਦਾ ਵਪਾਰ ਕਰਕੇ ਜਿਸ ਦਰ 'ਤੇ ਪਹੁੰਚਦਾ ਹੈ, ਉਸ ਦਰ ਨੂੰ ਸੋ ਦਰ ਕਹਿੰਦੇ ਨੇ। ਔਰ ਉਸ ਦਰ 'ਤੇ ਪਹੁੰਚ ਕੇ ਉਸ ਦੀ ਅਵਸਥਾ ਕੀ ਬਣਦੀ ਹੈ? ਉਸ ਦੇ ਇੱਕ ਇੱਕ ਅੰਗ ਅੰਗ, ਰੋਮ ਰੋਮ, ਸੁਰਤ ਮਤ ਬੁੱਧ ਸਾਰੇ ਟਿਊਨਡ ਹੋ ਜਾਂਦੇ ਨੇ। ਇਸ ਕਰਕੇ ਸੋਦਰ ਦੀ ਪੌੜੀ ਜਦੋਂ ਤੁਸੀਂ ਪੜ੍ਹੋਗੇ ਨਾ, ਸਾਰੇ ਉਹਦੇ 'ਚ ਆਏਗਾ ਗਾਵੇਂ 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 ਗਾਵੇਂ।
गावें तुदनों गावें तूनों गावन तुदनों गावें सारा गावें कौन गावें करते ने। एक कोई बारले इंदासण और बारले कोई वावण हारे और बारले किसी की गल नहीं चल रही, अंदर की अवस्था की गल चल रही है। सो जदों मनुख अपनी हौमै छड्ड के कूड़ ईगो हौमै हंकार वाली मत जदों छड्डदा है, कबीर साहब उहदे बारे कहंदे ने, कबीर जां दिन होम हुआ, जिस दिन मेरा वो हों मोया, पाछै पिया आनंद, मोए मिलियो प्रभ अपना। फायदा की होया, मैनू मेरे रब जी मिल गए। संगी भजै गोबिंद, ए संगी की होंदा है, ए साथी नहीं होंदे ने। संगी का मतलब घर दे टब्बर दे रिश्तेदार नहीं होंदे ने। संगी का मतलब होंदा है एक एक इंद्रा ज्ञानिंद्रा, रोम रोम, हर थॉट प्रोसैस। ਉਹ ਨਾਲ ਭਜੈ ਗੋਬਿੰਦ, ਉਹ ਸੱਚ। ਇਹਨਾਂ ਨੂੰ ਜਦੋਂ ਨਾਲ ਟੁਰ ਪੈਂਦੇ ਨੇ, ਸੱਚ ਨੂੰ ਜੀਣ ਲੱਗ ਪੈਂਦੇ ਨੇ। ਜਿਸ ਤਰ੍ਹਾਂ ਮਨ ਕਰਦਾ ਹੈ, ਮਨ ਕੀ ਮੱਤ ਛੱਡ ਕੇ ਸਤਿਗੁਰ ਦੀ ਮੱਤ ਲੈ ਕੇ ਜਿਸ ਤਰ੍ਹਾਂ ਮਨ ਸੱਚ ਵਾਲੇ ਪਾਸੇ ਪੈਂਦਾ ਹੈ, ਉਸ ਤਰ੍ਹਾਂ ਸੁਰਤ ਮਤ ਬੁੱਧ ਬਣ ਜਾਂਦੀ ਹੈ। ਔਰ ਸਾਰੇ ਇਹ ਅੱਖ ਨੱਕ ਕੰਨ ਵੀ ਸਾਰੇ ਗਾਉਣ ਲੱਗ ਪੈਂਦੇ ਨੇ, ਸੰਗੀ ਭਜੈ ਗੋਬਿੰਦ। ਸੋ ਇਟ ਹੈਪਨਸ, ਇਹ ਹੁੰਦਾ ਹੈ ਕਦੋਂ, ਜਾਂ ਦਿਨ ਹੋਮ ਹੁਆ। ਅਸੀਂ ਹੁਣੇ ਰੀਸੈਂਟਲੀ ਹਫਤਾ ਹੋਇਆ ਆਸਟ੍ਰੇਲੀਆ ਸੈਮੀਨਾਰ ਕਰਕੇ ਆਏ। ਉੱਥੇ ਅਸੀਂ ਇੱਕ ਪ੍ਰੋਗਰਾਮ ਵਿੱਚ ਸਮਝਿਆ ਕਿ ਹੋਮ ਹੁਆ ਕਰਦੇ ਕਿਸ ਤਰ੍ਹਾਂ, ਜੀਵਤਿਆਂ ਮਰ ਰਹੀ ਹੈ ਕਿਸ ਤਰ੍ਹਾਂ ਕਰਦੇ ਹਾਂ। ਤਾਂ ਮੈਨੂੰ ਸਪੌਂਟੇਨੀਅਸ ਉੱਥੇ ਦਾ ਐਗਜ਼ਾਮਪਲ ਯਾਦ ਆ ਗਿਆ ਜਿਹੜਾ ਉੱਥੇ ਸਾਂਝ ਕੀਤਾ ਸੀ। ਫਰਜ਼ ਕਰੋ ਮੈਂ ਪੈਦਾ ਹੋਇਆ ਔਰ ਮੇਰਾ ਪੈਦਾ ਹੋਣ 'ਤੇ ਨਾਮ ਕੋਈ ਨਹੀਂ ਸੀ। ਅਚਾਨਕ ਮੇਰੇ ਮਾਤਾ ਪਿਤਾ ਨੇ ਮੇਰਾ ਨਾਂ ਕਿਸੇ ਵੀ ਰੀਤ ਰਿਵਾਜ਼, ਕਿਸੇ ਵੀ ਢੰਗ ਦੇ ਨਾਲ ਸਿੱਖਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈ ਕੇ ਰੱਖਦੇ ਨੇ, ਪਰ ਦੁਨੀਆ ਦਾ ਕੋਈ ਵੀ ਇਨਸਾਨ ਉਹਦੇ ਮਾਤਾ ਪਿਤਾ ਨੇ ਨਾਂ ਰੱਖ ਦਿੱਤਾ। ਸੋ ਅਸੀਂ ਚਲਦਿਆਂ ਮੇਰਾ ਨਾਂ ਰੱਖ ਦਿੱਤਾ। ਜਦੋਂ ਮੇਰਾ ਨਾਂ ਰੱਖ ਦਿੱਤਾ, ਮੈਂ ਛੋਟਾ ਸੀ, ਮੈਨੂੰ ਨਹੀਂ ਸੀ ਪਤਾ ਮੇਰਾ ਨਾਮ ਭੁਪਿੰਦਰ ਸਿੰਘ ਹੈ। ਅਲਟੀਮੇਟਲੀ ਆਸਤਾ ਆਸਤਾ ਮੈਂ ਆਪਣਾ ਉਹ ਜੋ ਮੈਂ ਪੈਦਾ ਹੋਇਆ ਸੀ, जिसका कोई नाम नहीं था, उसका नाम भुपिंदर सिंह रख दिया गया। बाद विच मैं 8वीं 10वीं 11वीं करके इंजीनियरिंग की। मैं वो जिहड़ा बेनाम पैदा होया सी, निर्मल साफ भगवान का रूप, वो ना बदल के हो गया ਭੁਪਿੰਦਰ ਸਿੰਘ। ਅਤੇ ਉਸਨੇ ਇੱਕ ਆਪਣਾ ਕੈਪੀਟਲ ਨਾਲ ਰੱਖ ਲਿਆ, ਮੈਂ 11ਵੀਂ ਪਾਸ ਹਾਂ, ਮੈਂ ਇੰਜੀਨੀਅਰ ਹਾਂ। ਭੁਪਿੰਦਰ ਸਿੰਘ ਬਣ ਗਿਆ ਇੰਜੀਨੀਅਰ, ਭੁਪਿੰਦਰ ਸਿੰਘ ਬਣ ਗਿਆ ਡਾਕਟਰ, ਭੁਪਿੰਦਰ ਸਿੰਘ ਬਣ ਗਿਆ ਵਕੀਲ, ਭੁਪਿੰਦਰ ਸਿੰਘ ਬਣ ਗਿਆ ਬਿਜ਼ਨਸਮੈਨ। ਔਰ ਮੈਂ ਆਪਣੇ ਨਾਂ ਅੱਗੇ ਇੱਕ ਜ਼ਾਤ ਰੱਖ ਲਈ। ਫਰਜ਼ ਕਰੋ ਮੈਂ ਨਾਂ ਜ਼ਾਤ ਰੱਖ ਲਈ, ਮੇਰਾ ਨਾਂ ਭੁਪਿੰਦਰ ਸਿੰਘ ਪਕੌੜਾ। मैं जान के पकौड़ा बोल रहा कि किसी दी भी जात का नाँ जे एग्जाम्पल भूल जाएगा, माइंड ना कर जान। मैं अपने नाँ दे नाल रख लिया भुपिंदर सिंह पकौड़ा। हुण मैनू नाँ का भी है और मेरी जात का भी है। आई शुड बी नोन बाई भुपिंदर सिंह पकौड़ा। जे मैनू कोई कल्ला भुपिंदर सिंह बुलाए तो मैं माइंड कर जाता सी, मेरे को ज़ात के साथ नहीं बुलाया, मेरे नाम के आगे मेरी ज़ात नहीं लिखी। लोग भी पूछते हैं तुम्हारी ज़ात क्या है, लोग पूछते हैं तुहाडा सरनेम की है। फार्म में भराया जाता है, अपनी ज़ात बताओ, कास्ट कौन सी है। गुरु साहब कहते ने ज़ात का गर्व करियो ना भाई मनु, ना करियो भाई मनु कहते ज़ात का गर्व ना करियो भाई। गुरु साहब कहते अगे ज़ात ना जोर अगे जियो नवें। गुरु साहब मनु कहते ने ज़ात पात तेरे मन का वहम है, पर मैनू तो मेरा एक नाम भी, मेरी डिग्री भी और मेरी ज़ात भी, यह सारा कुछ मैं इकट्ठा कर लिया। ए जो मैं इकट्ठा कर लिया, इस पासों जे मैं मर जावां, इनू कहते ने जा दिन होम हुआ। कोई मैनू मेरी ज़ात ना बुलाए, नो प्रॉब्लम। कोई मैनू बुरा भला कह दे, भुपिंदर सिंह नेम नू बुरा भला कह दे, नो प्रॉब्लम। उस्तत निंदा दो त्याग है, तजय मान अपमाना। इस तरीके दे नाल मैं अपनी ज़ात और अपने
ਪਦ ਪ੍ਰਤਿਸ਼ਠਾ ਔਰ ਆਪਣੀ ਡਿਗਰੀ, ਇਹ ਸਾਰਿਆਂ ਵਾਲੇ ਪਾਸਿਓਂ ਜੇ ਮੈਂ ਮਰ ਜਾਵਾਂ, ਇਹਨੂੰ ਕਹਿੰਦੇ ਨੇ ਕਬੀਰ ਜਾ ਦਿਨ ਹੋ ਮੁਆ, ਇਹਨੂੰ ਕਹਿੰਦੇ ਨੇ ਜੀਵਤਿਆਂ ਮਰ ਰਹੀਏ। ਔਰ ਜਦੋਂ ਖੰਡੇ ਕੀ ਪੌਲ ਛਕਦੇ ਆ ਨਾ, ਤਾਂ ਉਸ ਵੇਲੇ ਕਹਿੰਦੇ ਨੇ ਤੇਰਾ ਪਿਛਲਾ ਕੁਲ ਨਾਸ, ਤੇਰੀ ਜ਼ਾਤ ਨਾਸ, ਤੇਰਾ ਕਰਮ ਨਾਸ, ਸਭ ਕੁਛ ਨਾਸ। टुडे यू आर फ्रैश बॉर्न, सतगुर का जन्म है गवन मिटाया, पिछला सब कुछ मर गया, खत्म हो गया। इंज कबीर साहब कहते हैं जो ये अवस्था आती है, जां दिन होमुआ पाछा पिया आनंद। सो जदों विरला मन डर पालदा है जिहड़ा कि अंदर है, तो डर नूं पाल के डर दे अंदर जाके साचे साहिबा क्या नहीं करते रह, करता तेरा सब कुछ है, जिसे सुपावे सदा सिफत। रब्बी गुणा दियां सिफतां दियां तुसी सलाह मशवरे दिंदे हो, योर गाइड कि किस तरह रब्बी सिफतां दे नाल जीवीदा है। रब्बी सिफतां नाल जिहड़ा मन जीण लग पैंदा है ना, ਉਹਦੇ ਇੰਦਰੇ ਗਿਆਨਿੰਦਰੇ ਵੀ ਸਿੱਖ ਜਾਂਦੇ ਨੇ। ਉਹਨੂੰ ਕਹਿੰਦੇ ਨੇ ਚੰਗਾ ਨਾਉ ਰਖਾਇ ਕੇ ਜਸ ਕੀਰਤ ਜਗਲੇ। ਉਹਨੂੰ ਕਹਿੰਦੇ ਨੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਉਹਦੀ ਚੰਗੀ ਹੋ ਜਾਂਦੀ ਹੈ। ਨਵਾਂ ਖੰਡਾ ਵੀ ਜਾਣੀਆ ਉਹਦਾ, ਇੱਕ ਇੱਕ ਖੰਡ ਐਨੋ ਇੰਦਰੇ ਗਿਆਨਿੰਦਰੇ ਇਹ ਵੀ ਇਸ ਗੱਲ ਨੂੰ ਜਾਣ ਜਾਂਦੇ ਨੇ। ਨਾਲ ਚੱਲੇ ਸਭ ਕੋਏ, ਸਾਰੇ ਉਹਦੇ ਨਾਲ ਟਿਊਨਡ ਹੋ ਕੇ ਟੁਰਨਾ ਸ਼ੁਰੂ ਕਰ ਦਿੰਦੇ ਨੇ। ਚੰਗਾ ਨਾਉ ਰਖਾਇ ਕੇ ਜਸ ਕੀਰਤ ਜਗਲੇ, ਸਿਫਤ ਸਲਾਹ ਵਾਲੇ ਗੁਣ ਉਹ ਜੀਣ ਲੱਗ ਪੈਂਦਾ ਹੈ। ਔਰ ਜਦੋਂ ਇਹਨਾਂ ਗੁਣਾਂ ਨੂੰ ਜੀਂਦਾ ਹੈ, ਇਹਨਾਂ ਗੁਣਾਂ ਨੂੰ ਸੰਭਾਲ ਕੇ ਰੱਖਦਾ ਹੈ। ਉਹ ਕਹਿੰਦਾ ਸੋਦਰ ਕੈਸੇ ਛੋੜੀ ਹੈ। ਜਦੋਂ ਇਹਨਾਂ ਗੁਣਾਂ ਨੂੰ ਸੰਭਾਲ ਕੇ ਰੱਖਦਾ ਹੈ, ਭਾਵ ਅਮਲੀ ਜੀਵਨ ਰੋਮ ਰੋਮ ਟਿਊਨਡ ਹੋ ਜਾਂਦਾ ਹੈ। ਈਚ ਵੇਗ, ਈਚ ਖਿਆਲ, ਈਚ ਭਾਉ, ਇਹ ਸਾਰੇ ਗਾਵੇਂ ਦੀ ਅਵਸਥਾ 'ਚ ਆ ਜਾਂਦੇ ਹਨ। ਗਾਵੇਂ ਦਾ ਮਤਲਬ ਗਲੇ ਨਾਲ ਅਲਾਪ ਕਰਕੇ ਵਾਜੇ ਤਬਲੇ ਨਾਲ ਟਿਊਨ ਵਿੱਚ ਕਲਾਸੀਕਲ ਰਾਗ ਨੂੰ ਗਾਣ ਦੀ ਗੱਲ ਨਹੀਂ ਚੱਲ ਰਹੀ। ਗਾਵੇਂ ਦਾ ਮਤਲਬ ਅਸੀਂ ਸਾਰੇ ਵਿਚਾਰ ਚੁੱਕੇ ਹੋਏ ਹਾਂ। ਜਦੋਂ ਤਨ ਮਨ ਕਰਕੇ ਜੋ ਚੀਜ਼ ਮੈਂ ਸੁਣੀ, ਉਸ ਚੀਜ਼ ਨੂੰ ਸੁਣ ਕੇ ਮੈਂ ਵੈਸੇ ਵਾਲਾ ਬਣਨਾ ਚਾਹੁੰਦਾ ਹਾਂ, ਤਾਂ ਕਹਿਲਾਂਦਾ ਹੈ ਕਿ ਮੇਰਾ ਮਨ ਉਹ ਵਾਲਾ ਰਾਗ ਅਲਾਪ ਰਿਹਾ ਹੈ। ਜਿਵੇਂ ਅਸੀਂ ਬਾਰ-ਬਾਰ ਐਗਜ਼ਾਮਪਲ ਲੈਂਦੇ ਹਾਂ, ਜੇ ਬੱਚਾ ਬਾਰ-ਬਾਰ ਟੈਂਡੂਲਕਰ ਦੀ ਗੱਲ ਕਰੇਗਾ, ਜੇ ਬਾਰ-ਬਾਰ ਬੱਚਾ ਵਿਰਾਟ ਕੋਹਲੀ ਦੀ ਗੱਲ ਕਰੇਗਾ, ਔਰ ਬਾਰ-ਬਾਰ ਕ੍ਰਿਕਟ ਦੀ ਗੱਲ ਕਰੇਗਾ, ਬਾਰ-ਬਾਰ ਬੈਟ ਔਰ ਬਾਲ ਦੀ ਗੱਲ ਕਰੇਗਾ, ਬਾਰ-ਬਾਰ ਟੀਵੀ 'ਤੇ ਮੈਚ ਦੇਖੇਗਾ, ਤਾਂ ਉਹ ਜੇ ਉਹਦਾ ਮਨ ਗਾਉਣ ਲੱਗ ਪਿਆ ਨਾ, ਤਾਂ ਉਹ ਮੰਮੀ ਪਾਪਾ ਨੂੰ ਕਹੇਗਾ ਮੇਰੇ ਕੋ बैट बॉल ले दो, मैंने बैट बॉल खेलना है, मैं क्रिकेटर बनना चाहता हूँ। ਜਦੋਂ ਉਹਦਾ ਮਨ ਇਹ ਕਹਿੰਦਾ ਨਾ ਮੈਂ ਕ੍ਰਿਕਟ ਬਣਨਾ ਚਾਹੁੰਦਾ, ਉਹਦੇ ਘਰ ਵਾਲੇ ਕਹਿੰਦੇ ਇਹ ਤਾਂ ਦਿਨ ਰਾਤ ਕ੍ਰਿਕਟ ਦੇ ਹੀ ਗੁਣ ਗਾਉਂਦਾ ਰਹਿੰਦਾ ਹੈ। ਜਦੋਂ ਸਾਡਾ ਮਨ ਸਤਿਗੁਰ ਦੀ ਮੱਤ ਲਵੇ ਔਰ ਰੱਬੀ ਗੁਣਾਂ ਨੂੰ ਗਾਣ ਲੱਗ ਪਵੇ, ਔਰ ਰੱਬੀ ਗੁਣਾਂ ਦਾ ਮੁਜੱਸਮਾ, ਪਰਸਨੈਲਿਟੀ, ਸਦਾਚਾਰੀ ਆਚਰਣ ਵਾਲਾ ਬਣਦਾ ਜਾਏ, ਇਹਨੂੰ ਕਹਿੰਦੇ ਨੇ ਸੰਗੀ ਭਜੈ ਗੋਬਿੰਦ। ਇੱਕ ਇੱਕ ਰੋਮ ਰੋਮ ਸਾਰੇ ਗਾਉਣ ਲੱਗ ਪੈਂਦੇ ਨੇ। ਰੋਮ ਰੋਮ ਕਰਕੇ, ਖਿਆਲਾਂ ਕਰਕੇ, ਭਾਵ ਕਰਕੇ, ਈਚ ਐਂਡ ਵੇਗ, ਸਪਿਰਿਟ, ਭਾਵਨਾ ਕਰਕੇ ਜਦੋਂ ਉਹਦੇ ਇਹ ਅਵਸਥਾ ਬਣ ਜਾਂਦੀ ਹੈ, ਇਸ ਅਵਸਥਾ ਨੂੰ ਕਹਿੰਦੇ ਨੇ ਰਾਗ ਰਤਨ ਪਰਵਾਰ ਪਰੀਆਂ। ਅਸੀਂ ਆਨੰਦ ਸਾਹਿਬ ਵਿੱਚ ਵੀ ਪੜ੍ਹਦੇ ਹਾਂ ਔਰ ਸੋਦਰ ਦੀ ਪੌੜੀ 'ਚ ਵੀ ਅਸੀਂ ਪੜ੍ਹਿਆ। ਗਾਵੇਂ ਤੁਧ ਨੂੰ ਪੌਣ ਪਾਣੀ ਪੈ ਸੰਤਰ, ਗਾਵੇਂ ਰਾਜਾ ਧਰਮ ਦੁਆਰੇ, ਸਾਰੇ ਅੰਦਰ ਦੀਆਂ ਅਵਸਥਾਵਾਂ। ਜਦੋਂ ਇੱਕ ਇੱਕ ਰੋਮ, ਸਾਡੀ ਬੋਡੀ ਦੇ ਅੰਦਰ 3 ਕਿਸਮਾਂ ਦੀਆਂ ਨਸਾਂ ਹੁੰਦੀਆਂ, ਇੱਕ ਹੁੰਦੀਆਂ ਆਰਟਰੀਜ਼, ਇੱਕ ਹੁੰਦੀਆਂ ਵੇਨਸ ਔਰ ਇੱਕ ਹੁੰਦੀਆਂ ਕੈਪਿਲਰੀਜ਼। ਕੈਪਿਲਰੀਜ਼ ਬਹੁਤ ਮਹੀਨ, ਬਾਰੀਕ, ਜਿਨ੍ਹਾਂ ਨੂੰ ਮਾਈਕਰੋਸਕੋਪ ਨਾਲ ਦੇਖਿਆ ਜਾ ਸਕੇ ਔਰ ਮਾਈਕਰੋਸਕੋਪ ਨਾਲ ਵੀ ਦੇਖਣਾ ਮੁਸ਼ਕਿਲ ਹੋਵੇ। ਉਹ ਬਾਰੀਕ ਨਸਾਂ ਜਿਹੜੀਆਂ ਹੱਡੀਆਂ, ਜਿਹੜੀਆਂ ਸਾਡੇ ਦੂਰ ਦੂਰ ਤੱਕ ਸਰੀਰ ਦੇ ਇੱਕ ਇੱਕ ਕੋਨੇ ਤੱਕ ਬਲੱਡ ਪਹੁੰਚਾਉਂਦੀਆਂ, ਉਹਨਾਂ ਨੂੰ ਕੈਪਿਲਰੀਜ਼ ਕਹਿੰਦੇ ਨੇ। ਕੈਪਿਲਰੀਜ਼ ਦਾ ਕੀ ਕੰਮ ਹੈ? ਅੰਮ੍ਰਿਤ ਰੂਪੀ ਬਲੱਡ ਲੈ ਕੇ ਉਹਨਾਂ ਅੰਗਾਂ ਨੂੰ ਦੇਣਾ। ਮਨੂੰ ਜਿਹੜਾ ਜਿਹੜਾ ਚੰਗਾ ਚੰਗਾ ਖਿਆਲ ਆਏ, ਉਹਨੂੰ ਰਾਗ ਰਤਨ ਪਰਿਵਾਰ ਪਰੀਆਂ ਕਹਿੰਦੇ ਨੇ। ਬਚਪਨ ਵਿੱਚ ਮਾਵਾਂ ਸੁਣਾਉਂਦੀਆਂ ਨਾ ਬੱਚੇ ਨੂੰ, ਦੇਖ ਪਰੀ ਆ ਗਈ। ਅਸੀਂ ਬਚਪਨ ਤੋਂ ਹੀ ਸਿੱਖਦੇ ਸਾਂ, ਮਾਂ ਪਰੀ ਆ ਗਈ। ਮਾਂ ਪਰੀ ਆ ਕੇ ਬੱਚੇ ਨੂੰ ਗਿਫਟ ਦਿੰਦੀ ਹੈ। ਇਸ ਤਰ੍ਹਾਂ
ये राग रतन परिवार परियां, ये सारे ईच राग रतन परिवार परियां गावे वावण हारे वाली अवस्था। वावण हारे मीन्स एक एक रोम रोम, एक एक अंग रब्बी गुण गाउण लग पैंदा है, रब्बी गुणा दा साज वजान लग पैंदा है, मीन्स ट्यून्ड हो जाते हैं। इस अवस्था विच सोदर दी पौड़ी दा जदों वो इत्थे पहुँचता है ਤਾਂ ਉਸ ਨੂੰ ਜਿਹੜੀਆਂ ਉਸਨੇ ਸੁਣਿਆ ਦੀਆਂ 4 ਪੌੜੀਆਂ ਵਿੱਚ ਸੁਣਿਆ ਸੀ ਨਾ, ਉਹ ਇੱਥੇ ਉਹਦੇ ਨਾਲ ਵਾਪਰਨਾ ਸ਼ੁਰੂ ਹੋ ਜਾਂਦਾ ਹੈ। ਉੱਥੇ ਸੁਣਿਆ ਸੀ ਬਈ ਜੋ ਅਗਰ ਸਤਿਗੁਰ ਦੀ ਮੱਤ ਸੁਣੋ ਤਾਂ ਸੁਣਿਆ ਸਿੱਧ ਪੀਰ ਸੁਰਨਾਥ ਦੀ ਅਵਸਥਾ ਹੋ ਜਾਂਦੀ ਹੈ। ਸਤਿਗੁਰ ਦੀ ਗੱਲ ਸੁਣੋ, ਸੁਣਿਆ ਈਸ਼ਰ ਵਰਮਾ ਇੰਦ ਦੀ ਅਵਸਥਾ ਹੋ ਜਾਂਦੀ ਹੈ। ਸਤਿਗੁਰ ਦੀ ਗੱਲ ਸੁਣੋ, ਸੁਣਿਆ ਸਤ ਸੰਤੋਖ ਗਿਆਨ ਦੀ ਅਵਸਥਾ ਹੋ ਜਾਂਦੀ ਹੈ। ਉਹ ਸਾਰੀਆਂ 4 ਪੌੜੀਆਂ ਵਿੱਚ ਉਹ ਪ੍ਰੈਕਟੀਕਲੀ ਜੀਵਨ ਯੋਗ ਹੋ ਜਾਂਦਾ ਹੈ। ਸੋਦਰ 'ਤੇ ਆ ਕੇ ਫਾਈਨਲੀ ਸੁਣਿਆ ਦਾ ਉਸ ਨੂੰ ਲਾਗੈ ਸਹਿਜ ਧਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇੱਥੋਂ ਇੱਕ ਬਰੀਕ ਨੁਕਤਾ ਗੁਰਬਾਣੀ ਦਾ ਸਮਝ ਆਇਆ। ਗੁਰਬਾਣੀ ਅੱਖਾਂ ਨੂੰ ਉੱਠ ਕੇ ਧਿਆਨ ਟਿਕਾਣ ਨੂੰ, ਮੈਡੀਟੇਸ਼ਨ ਕਰਨ ਨੂੰ ਐਕਸੈਪਟ ਨਹੀਂ ਕਰਦੀ ਹੈ। ਗੁਰਬਾਣੀ ਸੁਣਿਆ ਲਾਗੈ ਸਹਿਜ ਧਿਆਨ। ਸਹਿਜ ਧਿਆਨ ਹੁੰਦਾ ਸਹਿਜ ਸੁਭਾਏ, ਇੱਕ ਇੱਕ ਰੋਮ ਰੋਮ, ਇੱਕ ਇੱਕ ਅੰਗ ਸਹਿਜ ਸੁਭਾਏ ਰੱਬੀ ਗੁਣਾਂ ਨੂੰ ਗਾਣ ਲੱਗ ਪੈਂਦਾ ਹੈ। ਕਦੋਂ? ਜਦੋਂ ਸਤਿਗੁਰ ਦੀ ਮੱਤ ਨੂੰ ਸੁਣਦਾ ਹੈ। ਸੁਣਿਆ ਲਾਗੈ ਸਹਿਜ ਧਿਆਨ, ਉਹਦਾ ਇੱਕ ਇੱਕ ਰੋਮ ਰੋਮ ਧੁੰਨਮੈ ਧਿਆਨ ਹੋ ਜਾਂਦਾ। ਜਿਵੇਂ ਬੱਚੇ ਦਾ ਹਰ ਗੱਲ ਧੁੰਨਮੈ ਧਿਆਨ ਕੀ ਹੈ? ਕ੍ਰਿਕਟ, ਬਾਲ, ਵਿਰਾਟ ਕੋਹਲੀ, ਕ੍ਰਿਕਟ, ਟੀਵੀ, ਮੈਚ, ਹਰ ਵੇਲੇ ਉੱਠਦਿਆਂ ਬੈਠਦਿਆਂ ਉਹ ਕਹਿੰਦਾ ਰਹਿੰਦਾ ਹੈ। ਇਸ ਅਵਸਥਾ ਵਿੱਚ ਜਦੋਂ ਉਹ ਇੰਝ ਕਰਦਾ ਹੈ ਤਾਂ ਇਹ ਉਸ ਦੀ ਵਾਵਣ ਹਾਰੇ ਵਾਲੀ ਅਵਸਥਾ ਬਣ ਜਾਂਦੀ ਹੈ ਔਰ ਧੁੰਨਮੈ ਧਿਆਨ ਦੀ ਅਵਸਥਾ ਬਣ ਜਾਂਦੀ ਹੈ। ਭਾਵ ਸੋਦਰ ਵਿੱਚ ਅਪੜ ਕੇ ਸੋਦਰ ਦੇ ਚੰਗੇ ਚੰਗੇ ਗੁਣ ਜਦੋਂ ਸੰਭਾਲਦਾ ਹੈ, ਸੋਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਉਹ ਪਹਿਲੀ ਗੱਲ ਤਾਂ ਇਹ ਕਲੀਅਰ ਕਰ ਲਈਏ, ਰੱਬ ਜੀ ਦਰ 'ਤੇ ਰਹਿੰਦੇ ਨੇ। ਰੱਬ ਜੀ ਦੇ ਦਰ 'ਤੇ ਕੌਣ ਰਹਿੰਦਾ? ਉਸ ਜਿਹੜਾ ਜਿਸ ਨੂੰ ਸੋ ਪੁਰਖ ਕਹਿੰਦੇ ਨੇ। ਸੋਦਰ ਵਿੱਚ ਪੜ੍ਹਦੇ ਹੁੰਦੇ ਹਾਂ ਅਸੀਂ। ਸੋ ਪੁਰਖ ਵਾਲੇ ਰੱਬ ਜੀ ਜਿਸ ਦਰ 'ਤੇ ਰਹਿੰਦੇ ਨੇ, ਰੱਬ ਜੀ ਦੇ ਉਸ ਦਰ 'ਤੇ ਜਿਹੜੇ ਰੱਬੀ ਗੁਣ ਹਨ, ਰੱਬ ਜੀ ਉਹਨਾਂ ਗੁਣਾਂ ਨੂੰ ਸੰਭਾਲ ਕੇ ਰੱਖਦੇ ਨੇ। ਇਹ ਰੱਬ ਜੀ ਦਾ ਬਿਰਦ ਹੈ, ਇਹ ਰੱਬ ਜੀ ਦੀ ਕੁਆਲਿਟੀ ਹੈ ਕਿ ਰੱਬ ਜੀ ਦਾ ਗੁਰਮਤਿ ਵਿੱਚ ਕੌਨਸੈਪਟ ਹੈ ਚੰਗੇ ਚੰਗੇ ਗੁਣਾਂ ਨੂੰ ਦੇਣ ਵਾਲੀ ਸੋਰਸ। ਰੱਬ ਜੀ ਦੇ ਦਰ 'ਤੇ ਤਾਂ ਉਹ ਗੁਣ ਹਨ, ਪਰ ਜਦੋਂ ਉਸ ਦਰ 'ਤੇ ਮਨ ਪਹੁੰਚਦਾ ਹੈ ਤਾਂ ਮਨ ਵੀ ਉਸ ਖਜ਼ਾਨੇ ਵਿੱਚ ਲਾਇਆ ਜਾਂਦਾ ਹੈ। ਸੋ ਪਾਤਸ਼ਾਹ ਸ਼ਾਹ ਪਾਤਸ਼ਾਹ ਸਾਹਿਬ ਨਾਨਕ ਰਹਿਣ ਰਜਾਈ, ਮਨ ਵੀ ਜਦੋਂ ਉਸ ਦਰ 'ਤੇ ਪਹੁੰਚਦਾ ਹੈ, ਉਹ ਉਸ को नानक जिस मस्तक लेख लिखाए सो एत खजाना लिया रलाए। ਉਹ ਇਸ ਖਜ਼ਾਨੇ 'ਚ ਰਲਾ ਲਿਆ ਜਾਂਦਾ ਹੈ। ਔਰ ਜਦੋਂ ਰਲਾ ਲਿਆ ਜਾਂਦਾ ਹੈ ਤਾਂ ਉਹ ਵੀ ਤਾਂ ਜਿਤ ਬਹਿ ਸਰਬ ਸੰਭਾਲੇ, ਉਹ ਰੱਬੀ ਗੁਣਾਂ ਨੂੰ ਸੰਭਾਲਦਾ ਹੈ। ਸਾਧ ਸੰਗਤ ਜੀ, ਬੜਾ ਆਸਾਨ ਹੈ, ਬਟ ਅਸੀਂ ਇਹ ਸਮਝਣਾ ਹੈ ਕਿ ਪਹਿਲਾਂ ਮੈਂ ਅਵਗੁਣ ਛੱਡ ਰਿਹਾ। Do I recognize? Do I acknowledge? Do I surrender? कि मैं समर्पण करदा कि मैं अवगुणिया रहा। गुरु नानक साहब कितने भाव विच कह रहे हैं, क्यों सचियारा होई है। असी तो मनते ही अपने आप को सचियारा, असी तो हर कोई कहते मैं तो शरीफ इंसान हाँ ही, मेरे वर्गा तो धर्मी कोई है ही नहीं। ए देखो गुरुद्वारे आना मैं आ गया, ए देखो जोड़े झाड़ने मैं झाड़ ले, ए देखो मैं दरियाँ झाड़ लियाँ। ये करना माड़ी गल नहीं है, लेकिन ये कर सब कुछ करके, नहा के पाठ करके बाणी पढ़ के सब कुछ करन तो बाद ए मान लिया कि मेरे तो सारे गुण ही हैं, फिर अपने आप को इस मोड़ च लजा ही नहीं पाए कि मैं कुड़ियार हाँ। और कुड़ियार तो सचियार बनने की अवस्था तक तो मैं जा ही नहीं फिर सकता। मैं तोबा ही नहीं की, मैं मनिया ही नहीं कि मैं अवगुणिया रहा। पर जे अवगुणियारे मनीए और अवगुण छड्डिए, अवगुण छड्ड के जेड़े दर तो गुण लैने ने, जदों गुण लैंदे हाँ
ਤਾਂ ਫਿਰ ਉਹ ਇਨਸਾਨ ਉਹ ਦਰ ਨੂੰ ਨਹੀਂ ਛੱਡਦਾ। ਸੋ ਦਰ ਕੈਸੇ ਛੋੜੀਏ। ਸੋ ਆਪਣੇ ਆਪ ਨੂੰ ਇੰਨਾ ਟਰੈਵਲ ਕਰਾਉਣਾ ਹੈ। ਅਤੇ ਜਦੋਂ ਗੁਣ ਲੈਂਦਿਆਂ ਲਾਗੇ ਸਹਿਜ ਧਿਆਨ ਹੋ ਜਾਂਦਾ। ਸੁਣਿਆ ਦੀਆਂ ਚਾਰੋਂ ਪੌੜੀਆਂ ਦੀ ਅਵਸਥਾ ਵਾਪਰ ਜਾਂਦੀ ਹੈ ਔਰ ਉਹ ਇਸ ਨੂੰ ਸੰਭਾਲ ਕੇ ਰੱਖਦਾ, ਕਿਉਂਕਿ ਉਸਨੇ ਕਿਹਾ ਸੀ ਮੈਂ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ ਹਾਂ। ਨਿੱਕਾ ਜਿਹਾ ਬੱਚਾ ਹੁੰਦਾ ਹੈ, ਉਹ ਜ਼ਿੱਦ ਕਰਦਾ ਮੰਮੀ ਮੈਨੇ ਸਕੂਲ ਜਾਣਾ ਹੈ। ਜਦੋਂ ਸਕੂਲ ਜਾਂਦਾ ਸਕੂਲ ਵਾਲੇ ਉਹਨੂੰ ਪੜ੍ਹਾਉਂਦੇ ਨੇ। ਉਹ ਆ ਕੇ ਨਹੀਂ ਕਹਿੰਦਾ ਮੈਨੇ ਸਕੂਲ ਨਹੀਂ ਜਾਣਾ ਹੈ, ਉਹਨੂੰ ਸਕੂਲ ਜਾਣ ਦੀ ਜ਼ਿੱਦ ਸੀ। ਸਕੂਲ ਗਿਆ, ਸਕੂਲ ਵਾਲਿਆਂ ਨੇ ਕਹਾ ਕਾਪੀ किताब होनी चाहिए, संभाल के रखता है, पेन होना चाहिए साँभ के रखता है, कलर्स होने चाहिए, कापी होनी चाहिए, लिखना चाहिए। अपना कायदा किताबां साँभ के रखता है, क्योंकि उसका दिल है मैं पढ़ना है। He demanded I want school and now he tries to hold everything कि मैं स्कूल पढ़ना है, मैं आगे ਵਧਣਾ है। वो संभालता ही है। सत्संगत सतगुर च टसाल है जिते हर गुण सिखा। तो असी सतगुर के दर ते स्कूल ते आए हाँ, तो सतगुर जी के गुणों नूं ते फिर संभालना साडा फर्ज बनता ही है। तो वो अवस्था वापरती है कि वह गुण संभालता है, सहज आनंद की अवस्था बनती है। इसनूं कहंदे ने सुने लागे सहज ध्यान। उत्थे सुनिया सी, इत्थे उसनूं ये अवस्था प्राप्त हुई सोदर ते पहुँच के। उन्हें मन ने मन्ने की गत कही ना जाए दियाँ मन्ने दियाँ चार पौड़ियाँ सुनिया सी। चारों पौड़ियाँ जो अवस्थावां विरला मन नूं समझाइयां गईयां, वो मनदा है, मन के उन्होंने प्रैक्टिकल जींदा है। सोदर ते अपड़ के सोदर ते पहुँच के जदों जींदा है, मन्नै सुरत होवे मन बुद्ध। इत्थे असी सोदर दी सारी पौड़ी विच असी गावें दी पौड़ी विच पढ़ चुके हाँ कि किस तरह किते वामन हारे की अवस्था बनती है, किते राग परीसियों कई की अवस्था बनती जाती है, पौन पानी बैसंतर की अवस्था बनती जाती है, चित्त गुपत लिख जाने लिख लिख धर्म विचार है दी, ईश्वर ब्रह्मा देवी सोहन सदा सवारे वो अंदर दे किस तरह वो अंदर इंद्र दासन बैठे की अवस्था सी। समाधि अंदर अंदर वो टिकता जाता है। सुरत होवे मन्नै सुरत होवे मुरुद सगल पौण की सुध। उन्होंने अपने एक एक रोम के बारे समझ आ जाती है, क्योंकि एक एक रोम वो नाल गा रहा है। गावें की पौड़ी चल रही है सोदर दी। नवी सृष्टि उसकी पैदा होती है और नवी सृष्टि उसने उथे सुनी सी। जे तीसरी टुपाई वेखा मेड़ करमा के मिले ली। वो नवी सृष्टि नवा थॉट प्रोसैस बनया। इस सृष्टि की प्राप्ति होती है और उसके रस्ते विच कोई रुकावट नहीं पा सकता। मन्ने मार्ग ठाक ना पाए, उन्होंने कोई नहीं रुका सकता। पत रखी जाते मन्ने पत स्यों प्रगट जाए और रब जी के दर ते मन्ने परवार ऐसा आधार परिवार होता एक एक थॉट प्रोसैस एक एक इंद्रा ज्ञानिंद्रा ये सारे ट्यून्ड होते जाते हैं। जदों साडा एक एक इंद्रा ज्ञानिंद्रा थॉट प्रोसैस ठीक होता जाए ना, इनू कहते हैं कुल उधार है अपना अपना कुल उधारना कहते हैं और ए वेल वधना कहते हैं इनू और अपना परिवार सुधारना कहते हैं इनू। जदों ये उसनू समझ आ जाती है तो उसनू मरण तो बाद वाले जमा दे मार्ग की गल नहीं चल रही। मन्नै मग न चलै पंथ, वो जींदे जी जमा वाले वाइसिस वाले मंदे ख्यालों दे मग ते नहीं चलता। जै पैंडे महा अंध गुबारा उन्होंने समझ आ जाता है मरण तो बाद वाला नहीं, जींदे जी जिस रस्ते ते चल के मैनू अंधियारे रस्ते ते चल के कंडियाले जीवन का जीवन जीना पैंदा, वो इस ते नहीं चलता। मन्नै जम के साथ ना जाए, वो सिखदा जाता है। ये उस दियां अवस्थावां वापरदियां ने। दिस ऑल हैपन्स एट सोदर। सोदर ते ये मैनू रीकैप करना बड़ा जरूरी सी, क्योंकि असी अज चार पौड़ियां दा एक रहाओ समझना है कि वो जुग जुग एको वेस केड़ा होंदा है, आदेश से आदेश की होंदा है। मुंदा संतोख तो लैके असी सारी चारों पौड़ियां नूं समझण वास्ते इस तरह डवैल करके उहदे अंदर जाते हैं। ये होंदा किंज है, अज साडी आदेश से आदेश दियां चार पौड़ियां दा एक गेम स्टार्ट होएगी कि सोदर दे अंदर अपड़ के ये अवस्था किवें बनदियां ने। सदीवी गुण धारण किए जाते हैं।
ਸਦੀਵੀ ਗੁਣਾਂ ਨੂੰ ਧਾਰਨ ਕਰਨ ਵਾਲੀ ਮੱਤ ਨੂੰ ਚੋਲਾ ਕਹਿੰਦੇ ਨੇ, ਵੇਸ ਕਹਿੰਦੇ ਨੇ। ਮੇਰਾ ਥਾਟ ਪ੍ਰੋਸੈਸ ਮੇਰਾ ਵੇਸ ਹੈ, ਜੋ ਅੰਦਰ ਦਾ ਥਾਟ ਪ੍ਰੋਸੈਸ ਹੈ ਉਸ ਵੇਸ ਨੂੰ ਧਾਰਨ ਕਰਨਾ, ਉਹਨੂੰ ਕਹਿੰਦੇ ਨੇ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜਿਰਾਂਦ। ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਪੱਤ। ਦਰ ਦਰਵੇਸ਼ੀ ਰੱਬ ਜੀ ਦੇ ਦਰ ਦੇ ਅੰਦਰ ਵੜਨ ਦਾ ਵੇਸ ਜੇ ਮੈਂ ਦੁਨੀਆ ਵਾਂਗੂ ਬਣਾਉਂਦਾ ਹਾਂ ਤਾਂ ਮੈਨੂੰ ਰੱਬ ਜੀ ਨੂੰ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ। ਦਰ ਦਰਵੇਸ਼ੀ ਗਾਖੜੀ, ਇਟ ਬਿਕਮਸ ਡਿਫਿਕਲਟ। ਕਦੋਂ? ਚੱਲਾਂ ਦੁਨੀਆ ਭੱਤ, ਜਦੋਂ ਮੈਂ ਦੁਨੀਆ ਦੀ ਭਾਂਤੀ ਚੱਲਣ ਲੱਗ ਪੈਂਦਾ। ਮੈਨੂੰ ਸਤਿਗੁਰ ਦੀ ਮੱਤ ਦਾ ਦਰ ਦਾ ਵੇਸ ਚਾਹੀਦਾ, ਉਹ ਸਾਨੂੰ ਇਹਦੇ ਵਿੱਚ ਜੁਗ ਜੁਗ ਇੱਕੋ ਵੇਸ ਸਿਖਾਇਆ ਜਾਏਗਾ ਤਾਂ ਕਿ ਪੱਤ ਨਾ ਲੁੱਟੀ ਜਾ ਸਕੇ। ਇਸ ਨੂੰ ਅਸੀਂ ਇਹਦੇ ਵਿੱਚ ਸਿੱਖਣਾ ਹੈ। ਹੈਬੀ ਹੋਸੀ ਜਾਏ ਨੇ ਜਾਸੀ ਰਚਨਾ ਜਿਨ ਰਚਾਈ, ਸੋਦਰ ਦੀ ਪੌੜੀ 'ਚ ਅਸੀਂ ਪੜ੍ਹਿਆ ਸੀ ਕਿੰਝ ਨਵੀਂ ਸ੍ਰਿਸ਼ਟੀ ਬਣਦੀ ਜਾਂਦੀ ਹੈ, ਜਾਏ ਨਾ ਜਾਸੀ, ਉਹ ਫਿਰ ਮੁੜ ਕੇ ਨਹੀਂ ਖਤਮ ਹੁੰਦੀ ਹੈ, ਸਦੀਵੀ ਸ੍ਰਿਸ਼ਟੀ ਬਣਦੀ ਹੈ। ਉਹਨੂੰ ਜੁਗ ਜੁਗ ਇੱਕੋ ਵੇਸ ਦੀ ਅਵਸਥਾ ਕਹਿੰਦੇ ਨੇ। ਔਰ ਰੱਬੀ ਗੁਣਾਂ ਦੇ ਦਰ ਦੇ ਖਜ਼ਾਨੇ 'ਤੇ ਰਲਣਾ ਸਮਾ ਜਾਣਾ ਸਿੱਖਦੇ ਹਾਂ। ਸਦੀਵੀ ਰੱਬੀ ਦਰ ਦਾ ਵੇਸ ਦਰਵੇਸੀ ਪ੍ਰਾਪਤ ਕਰਦੇ ਹਾਂ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਉਹ ਅਸੀਂ ਗੁਣਾਂ ਦਾ ਖਜ਼ਾਨਾ ਪ੍ਰਾਪਤ ਕਰਦੇ ਹਾਂ। ਸੋ ਆਓ ਅੱਜ ਅਸੀਂ ਰਲ ਕੇ ਅਸੀਂ ਆਪਣੀ ਅਗਲੀ ਪੌੜੀ 'ਤੇ ਚੱਲਣ ਤੋਂ ਪਹਿਲਾਂ ਉਸ ਦਾ ਪਾਠ ਕਰ ਲਈਏ। ਅਸੀਂ ਪਹਿਲਾਂ 28 ਨੰਬਰ ਪੌੜੀ ਦਾ ਗਾਇਨ ਕਰ ਰਹੇ ਹਾਂ। आदेश तिसै आदेश, आदेश तिसै आदेश तिसै आदेश, आदेश तिसै आदेश। आद अनील अनाद अनाहत, जुग जुग एको वेस। आद अनील अनाद अनाहत, जुग जुग एको वेस। आदेश तिसै आदेश, आदेश तिसै मुंदा संतोख श्रम पत चोली, ध्यान की करे विभूत। मुंदा संतोख श्रम पत चोली, ध्यान की करे विभू। खिंथा काल क्वारी काया, जुगत डंडा परती। खिंथा काल क्वारी काया, जुगत डंडा परती। आई पंथी सगल जमाती, आई पंथी सगल जमाती। मन जीतै जग जीत, मन जीतै जग जीत। आदेश तिसै आदेश, आदेश तिसै आदेश। आद अनील अनाद, जुग जुग एको वेस। आदेश तिसै आदेश, आदेश तिसै आदेश। ਹੁਣ ਇਹ ਵਾਲਾ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹ ਵਾਲਾ ਵੇਸ ਕਿਸ ਤਰ੍ਹਾਂ ਧਾਰਨ ਕੀਤਾ ਜਾਂਦਾ ਹੈ? ਗੁਰੂ ਸਾਹਿਬ ਜਿਹੜੇ ਮਨ ਨੇ ਕੁੜਿਆਰ ਤੋਂ ਸਚਿਆਰ ਬਣਨ ਦੀ ਯਾਤਰਾ ਸ਼ੁਰੂ ਕੀਤੀ
ਔਰ ਜਦੋਂ ਉਸ ਦਰ ਤੇ ਪਹੁੰਚਿਆ ਉਹਨੇ ਰੱਬੀ ਗੁਣ ਲਏ ਤਾਂ ਹੁਣ ਅੱਜ ਉਹ ਸੰਤੋਖ ਦੀਆਂ ਮੁੰਦਰਾਂ ਪਾਉਣ ਦਾ ਸ਼ਿੰਗਾਰ ਸ਼ੁਰੂ ਕਰੇਗਾ, ਅੰਦਰ ਦਾ ਵੇਸ ਧਾਰਨ ਸ਼ੁਰੂ ਕਰੇਗਾ। ਜਦੋਂ ਉਹ ਵਾਲਾ ਵੇਸ ਧਾਰ ਲਈਦਾ, ਫਰਜ਼ ਕਰੋ ਮੈਂ ਇੱਥੇ ਕਾਂਟੇ ਪਾਏ, ਇਹ ਕਾਂਟੇ ਉਤਾਰੇ ਜਾ ਸਕਦੇ ਨੇ, ਪਰ ਮੈਂ ਮਨ ਰੂਪੀ ਕੰਨਾਂ ਵਿੱਚ ਸੰਤੋਖ ਦੇ ਕਾਂਟੇ ਪਾ ਲਏ, ਉਹ ਨਹੀਂ ਕੋਈ ਉਤਾਰ ਸਕਦਾ। ਨਾ ਉਹਨਾਂ ਨੂੰ ਜੰਗਾਲ ਲੱਗੇਗਾ, ਨਾ ਉਹ ਉਹਨਾਂ ਵਿੱਚ ਕੋਈ ਮਿਲਾਵਟ ਕਰ ਸਕਦਾ ਹੈ, ਨਾ ਉਹ ਕਾਲੇ ਪਹਿਨਗੇ, ਨਾ ਉਹਨਾਂ ਨੂੰ ਉਤਾਰਨਾ ਪਵੇਗਾ। ਅਸੀਂ ਤਾਂ ਕਦੇ ਕਾਂਟੇ ਲਾਉਂਦੇ ਹਾਂ, ਕਦੇ ਪਾਉਂਦੇ ਹਾਂ। ਹਮੇਸ਼ਾ ਦੀਆਂ ਮੁੰਦਰਾਂ ਪਾਣਾ, ਸੰਤੋਖ ਕਿਸ ਤਰ੍ਹਾਂ ਉਹਨੂੰ ਉਸਨੂੰ ਵੇਸ ਪਵਾ ਦੇਣਗੇ ਜਿਹੜਾ ਉਹ ਕਦੇ ਛੋੜ ਹੀ ਨਹੀਂ ਸਕੇਗਾ। ਇਹ ਵੇਸ ਪਵਾਉਣ ਦੀ ਸਾਰੀਆਂ 4 ਪੌੜੀਆਂ ਦੇ ਵਿਚਕਾਰ ਬੜੀ ਚੰਗੀ ਅਵਸਥਾ ਗੁਰੂ ਪਾਤਸ਼ਾਹ ਬਿਆਨ ਕਰਨ ਲੱਗੇ ਨੇ। ਇਸ ਚੋਲੇ ਨੂੰ ਪਾਉਣ ਵਾਸਤੇ ਗੁਰੂ ਸ਼ਬਦ ਕਹਿੰਦੇ ਨੇ, ਮੈਨੂੰ ਨਾ ਇਹ ਵਾਲੀ ਮੱਤ ਦਾ ਚੋਲਾ ਤੁਸੀਂ ਪਾਇਆ। ਸਤਿਗੁਰੂ ਦਾ ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ, ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ, ਢੱਕਣ ਕੂ ਪਤ ਮੇਰੀ, ਢੱਕਣ ਕੂ ਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨ ਜਾਣਾ ਤੇਰੀ, ਨਾਨਕ ਸਾਰ ਨ ਜਾਣਾ ਤੇਰੀ, ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ, ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ। ਸੋ ਸਤਿਗੁਰ ਨੇ ਪ੍ਰੇਮ ਪਟੋਲਾ ਮੀਨਸ ਰੋਬ ਆਫ ਆਨਰ, ਰੋਬ ਆਫ ਆਨਰ ਮੀਨਸ ਆਪਣਾ ਸਦੀਵੀ ਇਮੋਰਟਲ ਇਟਰਨਲ ਚੋਲਾ ਮੇਰੀ ਮੱਤ ਉੱਤੇ ਪਾਇਆ। ਜਿਸ ਦੀ ਮੱਤ ਉੱਤੇ ਚੋਲਾ ਪਾ ਦਿੱਤਾ ਜਾਂਦਾ ਨਾ, ਉਸ ਦੀ ਮੱਤ ਮੀਨਸ ਉਹਦੀ ਪੱਤ ਕਦੇ ਲੁੱਟੀ ਨਹੀਂ ਜਾਂਦੀ। ਉਹਦੀ ਦ੍ਰੋਪਤੀ ਨੂੰ ਕਦੇ ਕੋਈ ਦੁਰਯੋਧਨ ਨਗਨ ਨਹੀਂ ਕਰ ਸਕਦਾ, ਕੋਈ ਵੀ ਬੰਦਾ ਖਿਆਲ ਉਸ ਦੀ ਪੱਤ ਨਹੀਂ ਲੁੱਟ ਸਕਦਾ। ਜਦੋਂ ਅਸੀਂ ਅਕਾਲ ਤਖਤ ਦੀ ਰਹਿਤ ਮਰਿਆਦਾ 'ਚੋਂ ਅਰਦਾਸ ਕਰਦੇ ਹਾਂ ਨਾ, ਉਹਦੇ ਵਿੱਚ ਪੜ੍ਹਦੇ ਹਾਂ, ਮੱਤ ਕਾ ਰਾਖਾ ਵਾਹਿਗੁਰੂ। ਮੱਤ ਪੱਤ ਕਾ ਰਾਖਾ ਅਸੀਂ ਗਲਤ ਬੋਲ ਜਾਂਦੇ ਹਾਂ, ਉੱਥੇ ਲਿਖਿਆ ਮੱਤ ਕਾ ਰਾਖਾ ਵਾਹਿਗੁਰੂ। ਮੱਤ ਕਾ ਰਾਖਾ ਵਾਹਿਗੁਰੂ ਮੀਨਸ ਮੱਤ ਉੱਤੇ ਸਤਿਗੁਰ ਦੀ ਮੱਤ ਦਾ ਚੋਲਾ ਪਾ ਦਿੰਦੇ ਨੇ, ਪੱਤ ਕੱਜੀ ਜਾਂਦੀ ਹੈ ਆਟੋਮੈਟਿਕਲੀ। ਪੱਤ ਨੂੰ ਜੰਮ ਲੁੱਟ ਨਹੀਂ ਸਕਦੇ ਨੇ, ਕਦੋਂ? ਜਦੋਂ ਮੱਤ ਉੱਤੇ ਸਤਿਗੁਰ ਦੀ ਮੱਤ ਦਾ ਪ੍ਰੇਮ ਪਟੋਲਾ ਪਾ ਲਿਆ ਜਾਂਦਾ ਹੈ। ਸੋ ਮੁੰਦਾ ਸੰਤੋਖ ਸ਼ਰਮ ਪਤ ਚੋਲੀ, ਧਿਆਨ ਕੀ ਕਰੈ ਵਿਭੂਤ। ਉਹ ਸ਼ਰਮ ਸੁਰਤ ਦੋਏ ਸਸੁਰ ਪਏ ਵਾਲਾ ਜੀਵਨ ਜੀਣ ਲੱਗਦਾ, ਜਿਹੜਾ ਸੀ ਮਾਂ ਸੈਮੀਨਾਰ ਦੀ ਕੈਸੇਟ ਤੁਹਾਨੂੰ ਬਾਹਰ ਮਿਲੇਗੀ, ਜਿਹਦੇ ਵਿੱਚ ਅਸੀਂ ਸਿੱਖਿਆ ਸੀ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰੇ ਵਿਸੇਕ। ਅਸੀਂ ਉਹਦੇ ਸਿੱਖਿਆ ਸੀ ਕਿ ਜਦੋਂ ਮੈਂ ਪੈਦਾ ਹੋਇਆ ਮੇਰੇ ਕੋਲ ਚੋਇਸ ਨਹੀਂ ਸੀ ਕਿ ਮੈਂ ਕਿਹੜੇ ਘਰ ਪੈਦਾ ਹੋਵਾਂ, ਮੇਰਾ ਕਿਹੜਾ ਜੈਂਡਰ ਹੋਵੇ। ਮੈਂ ਪੈਦਾ ਹੋਇਆ, ਮੈਨੂੰ ਨਹੀਂ ਪਤਾ ਸੀ ਕਿਹੜੇ ਮੇਰੇ ਮਾਤਾ ਪਿਤਾ ਹੋਣ, ਚੋਇਸ ਨਹੀਂ ਸੀ। ਚੋਇਸ ਨਹੀਂ ਸੀ ਕਿਹੜੇ ਭੈਣ ਭਰਾ ਹੋਣ, ਚੋਇਸ ਇਹ ਵੀ ਨਹੀਂ ਸੀ ਕਿ ਮੇਰੀ ਵੱਡੇ ਹੋ ਕੇ ਕਿਹੜੀ ਪਤਨੀ ਹੋਵੇ, ਚੋਇਸ ਇਹ ਵੀ ਨਹੀਂ ਸੀ ਕਿ ਮੇਰੇ ਸੱਸ ਸਹੁਰਾ ਕਿਹੜੇ ਹੋਣ, ਅਤੇ ਚੋਇਸ ਇਹ ਵੀ ਨਹੀਂ ਸੀ ਕਿ ਅੱਗੋਂ ਮੇਰੇ ਬੱਚੇ ਕੈਸੇ ਬਣਨ। ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀ। ਪਰ ਮਾਤਾ ਮਤ ਪਿਤਾ ਸੰਤੋਖ ਜੀ ਗੁਰੂ ਸਾਹਿਬ ਨਵਾਂ ਜਨਮ ਸਿਖਾਉਂਦੇ ਨੇ ਕਿ ਤੂੰ ਆਪਣੀ ਚੰਗੀ ਮਾਤਾ, ਆਪਣਾ ਚੰਗਾ ਪਿਤਾ, ਆਪਣੇ ਚੰਗੇ ਭੈਣ ਭਰਾ, ਆਪਣੇ ਚੰਗੇ ਸੱਸ ਸਹੁਰਾ ਅਤੇ ਸੱਸ ਸਹੁਰਾ ਤੋਂ ਪੈਦਾ ਹੋਈ ਕਾਮਣ ਇਸਤਰੀ ਵੋਟੀ ਪੈਦਾ ਕਰਕੇ ਉਸ ਨਾਲ ਸੰਜੋਗ ਵਿਜੋਗ ਬਣਾ ਕੇ ਤੂੰ ਉਸ 'ਚੋਂ ਸਤ ਸੰਤਤ ਵਾਲੇ ਬੱਚੇ ਚੰਗੇ ਪੈਦਾ ਕਰ ਸਕਦਾ ਹੈ। ਇਹ ਤੂੰ ਆਪਣਾ ਇੱਕ ਨਵਾਂ ਧਾਰਮਿਕਤਾ ਵਾਲਾ ਟੱਬਰ ਪੈਦਾ ਕਰ ਸਕਦਾ ਹੈ।
ਉਹਨੂੰ ਕਹਿੰਦੇ ਨੇ ਸ਼ਰਮ ਸੁਰਤ ਦੋਇ ਸਸੁਰ ਪਏ, ਕਰਨੀ ਕਾਮਣ ਕਰ ਮਨ ਲਏ। ਮੀਨਸ ਜਦੋਂ ਮਿਹਨਤ ਕਰਦੇ ਆ ਨਾ, ਇਸ ਮਿਹਨਤ ਨੂੰ, ਸ਼ਰਮ ਨੂੰ ਸੱਸ ਕਹਿੰਦੇ ਨੇ, ਅਤੇ ਸੁਰਤ ਕਰਕੇ ਜਾਗਦੇ ਰਹਿਣਾ ਇਹ ਸੱਸ ਸਹੁਰਾ। ਸ਼ਰਮ ਸੁਰਤ ਦੋਏ ਸਸੁਰ ਪਏ, ਸਸੁਰ ਦੋਨੋਂ ਮੀਨਸ ਸੱਸ ਤੇ ਸਹੁਰਾ, ਮੀਨਸ ਮੁੰਡਾ ਸੰਤੋਖ ਸ਼ਰਮ ਪਤ ਝੋਲੀ, ਮਿਹਨਤ ਕਰਦਾ ਹੈ। ਅਸੀਂ ਮਿਹਨਤ ਹੀ ਤੇ ਨਹੀਂ ਕਰਦੇ। ਕਿਸ ਚੀਜ਼ ਦੀ ਮਿਹਨਤ ਨਹੀਂ ਕਰਦੇ? ਰੱਬੀ ਗੁਣ ਕਮਾਉਣ ਦੀ। ਮੈਨੂੰ ਗੁਰੂ ਪਾਤਸ਼ਾਹ ਨੇ ਜੋ ਬਾਣੀ ਰਾਹੀਂ ਦੱਸਿਆ, ਉਹ ਵਾਲਾ ਜੀਵਨ ਜੀਣ ਦੀ ਮੈਂ ਮਿਹਨਤ ਨਹੀਂ ਕਰਦਾ। ਮਾਨੋ ਮੈਂ ਧਰਮ ਨੂੰ ਜੀਣ ਦਾ ਸ਼ਰਮ ਨਹੀਂ ਕਰਦਾ। ਜੇ ਮੈਂ ਧਰਮ ਨੂੰ ਜੀਣ ਦਾ ਪ੍ਰੈਕਟੀਕਲ ਐਫਰਟਸ ਕਰਕੇ ਆਪਣੇ ਗੁਣਾਂ ਨੂੰ ਜੀਣ ਦੀ ਦ੍ਰਿੜਤਾ ਨਹੀਂ ਬਣਾਉਂਦਾ, ਜਿਹਨੂੰ ਜਪਜੀ ਸਾਹਿਬ ਵਿੱਚ ਜਪ ਕਹਿੰਦੇ ਨੇ, ਦ੍ਰਿੜ ਕਰਨਾ, ਵੀ ਇਹ ਗੁਣ ਤੂੰ ਦ੍ਰਿੜ ਕਰ ਔਰ ਇਹ ਵਾਲਾ ਗੁਣ ਤੂੰ ਜੀਣਾ ਹੈ ਔਰ ਇਸ ਨੂੰ ਆਪਣੇ ਸੁਭਾਅ 'ਚ ਪਕਾਉਣਾ ਹੈ। ਜੇ ਮਿਹਨਤ ਨਹੀਂ ਕਰਦੇ ਤਾਂ ਕੀ ਹੁੰਦਾ? ਸ਼ਰਮ ਧਰਮ, ਸ਼ਰਮ ਧਰਮ ਦੋਇ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਬਿਲਾਲੋ, ਕੂੜ ਫਿਰੈ ਪ੍ਰਧਾਨ ਬਿਲਾਲੋ, ਪਾਪ ਕੀ ਜੰਜ ਲੈ ਕਾਬਲ ਉਤਾਇਆ, ਪਾਪ ਕੀ ਜੰਜ ਲੈ ਕਾਬਲ ਉਤਾਇਆ, ਜ਼ੋਰੀ ਮੰਗੇ ਦਾਨ ਬਿਲਾਲੋ, ਜ਼ੋਰੀ ਮੰਗੇ ਦਾਨ ਬਿਲਾਲੋ। ਜਮ ਆ ਜਾਏਗਾ ਆਪਣੀ ਬਰਾਤ ਲੈ ਕੇ, ਤੇਰੇ ਤੇ ਅਟੈਕ ਕਰੇਗਾ, ਤੇਰੇ ਕੋਲ ਚੰਗੇ ਚੰਗੇ ਗੁਣ ਖੋਲੇਗਾ। ਕਦੋਂ? ਜਦੋਂ ਤੇਰੇ ਕੋਲੋਂ ਧਰਮ ਪੰਖ ਲਗਾ ਕੇ ਉੱਡ ਜਾਏਗਾ। ਔਰ ਧਰਮ ਪੰਖ ਲਗਾ ਕੇ ਕਦੋਂ ਉੱਡਦਾ ਹੈ? ਜਦੋਂ ਤੂੰ ਉਹਦੇ ਤੇ ਸ਼ਰਮ ਨਹੀਂ ਕਰਦਾ, ਮਿਹਨਤ ਜਦੋਂ ਤੂੰ ਨਹੀਂ ਕਰਦਾ। ਸਾਧ ਸੰਗਤ ਜੀ, ਸਾਡੀ ਇਹ ਮਿਹਨਤ ਹੈ ਕਿ ਮੈਂ ਗੁਰਦੁਆਰੇ ਬਣਾਵਾਂ, ਸਾਡੀ ਇਹ ਮਿਹਨਤ ਹੈ ਕਿ ਗੁਰਦੁਆਰੇ ਦਾ ਪ੍ਰਬੰਧ ਚਲਾਈਏ, ਸਾਡੀ ਇਹ ਮਿਹਨਤ ਹੈ ਕਿ ਦਰੀਆਂ ਵਿਛਾਈਏ, ਸਾਡੀ ਇਹ ਮਿਹਨਤ ਹੈ ਕੜਾਹ ਪ੍ਰਸ਼ਾਦ ਲੰਗਰ ਪਕਾਈਏ, ਸਾਡੀ ਇਹ ਮਿਹਨਤ ਹੈ ਰੁਮਾਲਾ ਚੜਾਈਏ, ਸਾਡੀ ਇਹ ਮਿਹਨਤ ਹੈ ਕਿ ਚੌਰ ਕਰਨੀ ਹੈ, ਸਾਡੀ ਇਹ ਮਿਹਨਤ ਹੈ ਕਿ ਅਸੀਂ ਨਗਰ ਕੀਰਤਨ ਕੱਢਣਾ ਹੈ, ਸਾਡੀ ਇਹ ਮਿਹਨਤ ਹੈ ਕਿ ਅਸੀਂ ਕੀਰਤਨ ਦਰਬਾਰ ਲਗਾਉਣਾ ਹੈ। ਪਰ ਇਹ ਸਭ ਕੁਝ ਕਰਦਿਆਂ ਹੋਇਆ ਅਸੀਂ ਇਹ ਮਿਹਨਤ ਨਹੀਂ ਕਰਦੇ ਕਿ ਜਿਹੜੇ ਗੁਣ ਮੈਨੂੰ ਦੱਸੇ ਨੇ ਉਹ ਮੈਂ ਉਹਨਾਂ 'ਤੇ ਮਿਹਨਤ ਕਰਾਂ। ਅਸਲੀ ਤੱਤ ਦੀ ਗੱਲ ਅਸੀਂ ਛੋੜ ਹੀ ਦਿੰਦੇ ਹਾਂ। ਮੈਂ ਤਾਂ ਕਹਿ ਨਹੀਂ ਰਿਹਾ ਸੀ ਇਹ ਸਾਰੇ ਕੰਮ ਨਾ ਕਰੀਏ, ਪਰ ਇਹ ਸਾਰੇ ਕੰਮ ਕਰਦੇ ਹੋਏ ਮੈਨੂੰ ਰੱਬੀ ਗੁਣਾਂ ਨੂੰ ਜੀਣ ਦੀ ਮਿਹਨਤ ਕਰਨੀ ਸੀ। ਗੁਰ ਕਿਹਾ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਤੈਨੂੰ ਜਿਹੜੀ ਜੁਗਤ ਦੱਸੀ ਹੈ ਉਸ ਕਰਨੀ ਤੋਂ ਕਾਹੇ ਧਾਵੋ, ਵਾਯੂ ਐਸਕੇਪ, ਪਰੇ ਕਿਉਂ ਦੌੜਨਾ ਹੈ। ਸੋ ਉਹ ਪ੍ਰੇਮ ਪਟੋਲਾ ਪਾ ਕੇ ਅੰਦਰ ਦਾ ਵੇਸ ਧਾਰਨ ਕਰਦੇ ਹਾਂ, ਸੰਤੋਖ ਰੂਪੀ ਮੁੰਦਰਾ ਪਾਉਂਦੇ ਹਾਂ, ਸ਼ਰਮ ਸੁਚੱਜੇ ਜੀਵਨ ਲਈ ਉਦਮ ਕਰਦੇ ਹਾਂ, ਤਾਂ ਪਤ ਵਿਕਾਰਾਂ ਤੋਂ ਪਤ ਬਚਾਉਣ ਦੀ ਝੋਲੀ ਮਨ ਦੀ ਸੋਚਣੀ, ਧਿਆਨ ਚੇਤਨਤਾ ਸੁਰਤ ਤਿਆਰ ਹੁੰਦੀ ਹੈ। ਵਿਭੂਤ ਆਤਮਕ ਜਨਮ ਦੀ ਸੋਝੀ ਦੇਣ, ਜਨਮ ਮਰਨ ਦੀ ਸੋਝੀ ਜਿਹੜੀ ਵਿਭੂਤੀ ਲਾਉਂਦੇ ਨੇ ਨਾ, ਗੁਰਮਤਿ ਇੱਥੋਂ ਬਾਹਰ ਦੇ ਟਿੱਕੇ ਔਰ ਵਿਭੂਤੀ ਲਾਉਣ ਨੂੰ ਨਹੀਂ ਮੰਨਦੀ ਹੈ। ਗੁਰਮਤਿ ਕਹਿੰਦੀ ਹੈ ਤੂੰ ਤੇਰੀ ਆਤਮਕ ਮੌਤ ਜਿਹੜੇ ਜਿਹੜੇ ਗੁਣਾ ਅਵਗੁਣਾ ਦੇ ਨਾਲ ਹੁੰਦੀ ਹੈ ਉਹਨਾਂ ਦੇ ਬਾਰੇ ਸੋਝੀ ਲੈ, ਇਹਨੂੰ ਵਿਭੂਤ ਲਾਉਣਾ ਕਹਿੰਦੇ ਨੇ। ਆਪਣੀ ਅੰਤਰ ਆਤਮਾ ਵਿੱਚ ਸੰਤੋਖ, ਆਪਣੀ ਹਿਰਦੇ ਰੂਪੀ ਝੋਲੀ ਨੂੰ ਗੁਣਾ ਭਰਪੂਰ ਰੱਖਣ ਲਈ ਉਦਮ ਤੇ ਸ਼ਰਮ ਕਰਨਾ, ਅਤੇ ਵਿਕਾਰਾਂ ਹੱਥੋਂ ਪਲ ਪਲ ਹੋਣ ਵਾਲੀ ਆਤਮਕ ਮੌਤ ਵਾਲੀ ਸੋਝੀ ਵਾਲੀ ਵਿਭੂਤ ਲਗਾ ਕੇ ਐਸੀ ਵਿਵੇਕ ਬੁੱਧੀ ਨਾਲ ਵਿਰਲਾ ਮਨ ਸੁਚੇਤ ਰਹਿੰਦਾ ਹੈ। ਇਹਨੂੰ ਕਹਿੰਦੇ ਨੇ ਮੁੰਦਾ ਸੰਤੋਖ, ਸੰਤੋਖੀ ਰਹਿੰਦਾ ਹੈ, ਸੰਤੋਖ ਦੇ ਕਾਂਟੇ ਪਾਉਂਦਾ ਹੈ ਮੁੰਦਰਾ। ਸ਼ਰਮ ਪਤ ਝੋਲੀ ਤਿਆਰ ਕਰਦਾ ਹੈ, ਸ਼ਰਮ ਦੀ ਮਿਹਨਤ ਦੀ, ਅਤੇ ਵਿਕਾਰਾਂ ਤੋਂ ਬਚਣ ਵਾਲੀ ਵਿਭੂਤ ਆਪਣੇ ਮਨ ਦੇ ਮੱਥੇ ਉੱਤੇ ਲਾਉਂਦਾ ਹੈ। ਬਾਹਰੋਂ ਕੁਛ ਨਹੀਂ ਲਾਉਂਦਾ ਹੈ,
ਅੰਦਰ ਦਾ ਵੇਸ ਧਾਰਨ ਕਰਾ ਰਹੇ ਨੇ, ਯੁਗ ਯੁਗ ਦਾ ਵੇਸ ਧਾਰਨ ਕਰਾ ਰਹੇ ਨੇ, ਯੁਗ ਯੁਗ ਦਾ ਇੱਕੋ ਵੇਸ ਧਾਰਨ ਕਰਾ ਰਹੇ ਨੇ। ਇੱਕ ਕਿਉਂ ਕਰਾ ਰਹੇ ਨੇ? ਕਿਉਂਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਹਮੇਸ਼ਾ ਇੱਕ ਹੀ ਤੇ ਹੈ ਰੱਬ ਜੀ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਰੱਬ ਜੀ, ਇੱਕ ਨੇ। एक शायर कहता है, किस खुदा की बात करूं, हर सदी में इंसान नया खुदा लाया। मैं बड़ा हैरान होया, अरे सदियां बदलती हैं, खुदा थोड़ा ना बदलता है, सदियां बदलती हैं, रब जी दे नियम नहीं बदलते ने, सदियां बदलती हैं। रब जी दा सच दा नामना, सत नाम करता पुरख आद सच जुगा सच वाले ਜਿਹੜੇ ਰੱਬ ਜੀ ਕਦੇ ਵੀ ਨਾ ਜੰਮਦੇ ਨੇ ਨਾ ਮਰਦੇ ਨੇ, ਸਤਿਗੁਰ ਮੇਰਾ ਸਦਾ ਸਦਾ, ਉਹ ਕਦੇ ਨਹੀਂ ਬਦਲਦੇ ਨੇ। ਜਿਹੜੇ ਰੱਬ ਜੀ ਦੇ ਗੁਣ ਕਦੇ ਨਹੀਂ ਬਦਲਦੇ ਨੇ ਨਾ, ਇਨਐਵੀਟੇਬਲ ਹੁੰਦੇ ਨੇ, ਉਹਨੂੰ ਕਹਿੰਦੇ ਨੇ ਜਨ ਨਾਨਕ ਇਹ ਖੇਲ ਕਠਨ ਹੈ। ਕਠਨ ਮੀਨਸ ਪੱਕੇ ਨੇ, ਸੀਮੈਂਟਿਡ ਨੇ, ਨੈਵਰ ਚੇਂਜਿਸ। ਇੰਜ ਨਹੀਂ ਹੈ ਕਿ ਕੱਲ੍ਹ ਰੱਬ ਜੀ ਦੇ ਦਰ 'ਤੇ ਝੂਠੇ ਵੀ ਪ੍ਰਵਾਨ ਸ਼ੁਰੂ ਹੋ ਜਾਣਗੇ, ਕਿਉਂਕਿ ਉਹ ਫੁੱਲ ਚੜ੍ਹਾਉਣਗੇ, ਕਿਉਂਕਿ ਉਹ ਪ੍ਰਸ਼ਾਦ ਚੜ੍ਹਾਉਣਗੇ, ਕਿਉਂਕਿ ਉਹ 40 ਦਿਨ ਨੰਗੇ ਪੈਰ ਜਾਣਾ ਸ਼ੁਰੂ ਕਰ ਦੇਣਗੇ। ਨੋ ਨੋ ਨੋ, ਜਨ ਨਾਨਕ ਇਹ ਖੇਲ ਕਠਨ ਹੈ, ਪੱਕਾ ਹੈ, ਨੈਵਰ ਚੇਂਜਿਸ, ਇਨਐਵੀਟੇਬਲ। ਰੱਬ ਜੀ ਦੇ ਖਰੇ ਸੱਚੇ ਸਿੱਕੇ ਬੰਦ ਨਿਯਮ ਨੇ, ਇਸ ਕਰਕੇ ਉਹਨਾਂ ਨੂੰ ਸਤਨਾਮ ਕਹਿੰਦੇ ਨੇ। ਤੁਹਾਡਾ ਨਾਮਣਾ, ਤੁਹਾਡਾ ਸਾਚੀ ਨਾਈ, ਤੁਹਾਡੇ ਨਿਯਮ ਖਰੇ ਸੱਚੇ ਹਨ। ਇੱਕ ਪ੍ਰਾਂਤ, ਇੱਕ ਦੇਸ਼, ਇੱਕ ਧੜੇ, ਇੱਕ ਗਰੁੱਪ, ਇੱਕ ਧਰਮ ਵਾਲਿਆਂ ਦਾ ਪੱਖ ਨਹੀਂ ਕਰਦੇ ਨੇ। ਰੱਬ ਜੀ ਦੀ ਨਜ਼ਰ ਵਿੱਚ ਸਾਰੇ ਬੰਦੇ ਪ੍ਰਵਾਨ ਹੁੰਦੇ ਨੇ। ਰੱਬ ਜੀ ਕਦੇ ਇੰਜ ਨਹੀਂ ਕਰਦੇ ਨੇ ਕਿ ਜਿਹੜਾ ਮੇਰਾ ਨਾਂ ਨਹੀਂ ਲੈਂਦਾ, ਜਿਹੜਾ ਮੈਨੂੰ ਮੇਰੇ ਨਾਂ ਦੇ ਅਗੇਂਸਟ ਨਾਸਤਿਕ ਬੰਦਾ, ਮੈਂ ਉਹਦੇ ਵਾਸਤੇ ਧੁੱਪ ਨਹੀਂ ਚੜਾਉਣੀ, ਉਹਨੂੰ ਆਕਸੀਜਨ ਨਹੀਂ ਦੇਣੀ, ਉਹਦੇ ਵਾਸਤੇ ਮੈਂ ਬਾਰਿਸ਼ ਨਹੀਂ ਕਰਨੀ। ਇੰਜ ਨਹੀਂ ਕਰਦੇ ਨੇ। रब जी अवल अल्लाह नूर पाया, कुदरत के सब बंदे एक नूर थे, सब जग उपजया कौन भले को बंदे। रब जी दी ते बातां ही ग्रेट ने। कदी असी ਉਹ ਵਾਲਾ ਜੀਵਨ ਜਦੋਂ ਉਹ ਵਾਲੇ ਗੁਣਾਂ ਨੂੰ ਰੈਲਿਸ਼ ਕਰਦੇ ਆ ਨਾ, ਫਿਰ ਰੱਬ ਜੀ ਦੀਆਂ ਬਾਤਾਂ ਦਾ ਸਵਾਦ ਆਉਂਦਾ ਹੈ। ਸੋ ਉਹ ਵਾਲਾ ਜੀਵਨ ਜੀਂਦਾ ਹੈ। ਖਿੰਥਾ ਕਾਲ, ਉਹ ਖਿੰਥਾ ਪਾਉਂਦਾ ਹੈ। ਕਾਲ ਦੀ ਭਾਵ ਆਪਣੀ ਮੱਤ ਉੱਤੇ ਖਿੰਥਾ ਗੋਦੜੀ ਪਾ ਲੈਂਦਾ। ਤੁਸੀਂ ਦੇਖਿਆ ਹੋਣਾ ਸਿੱਧ ਜੋਗੀ ਨਾ ਫਟੇ ਪੁਰਾਣੇ ਟਾਕੀਆਂ ਲੱਗੀਆਂ ਹੋਈਆਂ, ਮੋਰੀਆਂ ਕੀਤੀਆਂ ਹੋਈਆਂ, ਉਹ ਵਾਲੀ ਨਾ ਆਪਣੇ ਉੱਤੇ ਨਾ ਗੋਦੜੀ ਪਾਉਂਦੇ ਸਨ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਇਹ ਵਾਲੀ ਮੱਤ ਲੈ ਲੈ ਕਿ ਮੈਂ ਜਦੋਂ ਵਿਕਾਰ ਦੇ ਵਸ ਪੈਂਦਾ ਹਾਂ ਤਾਂ ਮੈਨੂੰ ਮੌਤ ਆ ਜਾਂਦੀ ਹੈ, ਆਤਮਕ ਮੌਤ। ਮੈਂ ਆਪਣੇ ਕਿਰਦਾਰ ਤੋਂ ਡਿੱਗ ਪੈਂਦਾ ਹਾਂ, ਮੈਂ ਇਨਸਾਨੀਅਤ ਦੇ ਤਲ ਤੋਂ ਡਿੱਗ ਕੇ ਅਵਤਰਨ ਹੋ ਜਾਂਦਾ ਮੇਰਾ, ਔਰ ਮੈਂ ਪਸ਼ੂਆਂ ਵਾਲਾ, ਕੀੜਿਆਂ ਮਕੌੜਿਆਂ ਵਾਲਾ, ਇੱਲਾਂ ਕਾਵਾਂ ਵਾਲਾ ਜੀਵਨ ਜੀਣ ਲੱਗ ਪੈਂਦਾ। ਦੇਖਣ ਵਿੱਚ ਮੈਂ ਮਨੁੱਖ ਹੀ ਲੱਗਦਾ। ਕਿਤਨੀ ਸਿੰਪਲੀ ਅਸੀਂ ਬਾਰ-ਬਾਰ, ਕਈ ਸੱਜਣ ਮੈਨੂੰ ਕਹਿੰਦੇ ਨੇ ਕੋਈ ਹੋਰ ਪੰਕਤੀ ਕੋਟ ਕਰੋ। ਸਾਧ ਸੰਗਤ ਜੀ, ਪੰਕਤੀਆਂ ਕੋਈ ਹੋਰ ਨਵੀਆਂ ਨਵੀਆਂ ਲਿਆ ਕੇ ਇੱਕੋ ਗੱਲ ਵਾਸਤੇ ਕੋਟ ਕਰਨਾ ਬੜਾ ਆਸਾਨ ਹੈ, ਪਰ ਇੱਕੋ ਗੱਲ ਨੂੰ ਬਾਰ-ਬਾਰ ਦ੍ਰਿੜ ਕਰਨਾ इज़ मोस्ट इम्पॉर्टेंट। फिर मैं बार रिपीट करदा, जिसके अंतर राज अभिमान, जो किसी दूजे नूं दबाण दी कोशिश करता है, ਕਿਸੇ ਵੀ ਇੱਕ ਵੀ ਇਨਸਾਨ ਨੂੰ ਜਦੋਂ ਡੋਮੀਨੇਟ ਕਰਦਾ ਹੈ, ਪਤੀ ਪਤਨੀ ਨੂੰ ਜਾਂ ਪਤਨੀ ਪਤੀ ਨੂੰ ਜਾਂ ਬੱਚਿਆਂ ਨੂੰ ਜਾਂ ਨੌਕਰ ਚਾਕਰ ਨੂੰ, ਦੁਨੀਆ ਦੇ ਕਿਸੇ ਵੀ ਇਨਸਾਨ ਨੂੰ ਆਪਣੇ ਦਬਦਬੇ ਹੇਠ ਰੱਖਣਾ ਰਾਜ ਅਭਿਮਾਨ ਕਹਿਲਾਂਦਾ ਹੈ। ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਤੇਰੇ ਕੋ ਰਾਜ ਅਭਿਮਾਨ ਹੈ ਨਾ, ਤੂੰ अभी नरक में पड़ गया, तू अभी कुत्ता बन गया। देखने में इंसान लगता है जिसके अंतर राज अभिमान, सो नरक पाती होवत स्वान। मरने के बाद कुत्ता बनेगा नहीं, अब भी से कुत्ता हो गया, क्योंकि तू अब उसको दबा के रखेगा, वो तेरी नहीं मानेंगे, तू भौंकेगा, यू विल येल ऑन देम। कुत्ता हर वेले चौकीदारी करता रहता, तू चौकीदारी करता रहेगा, कहाँ गए थे, कितने बजे गए थे, कब आए, अब कहाँ जा रहे हो, क्योंकि तू अपने राज अभिमान हेठा उन्होंने रखेगा नरक किच रह के। नरक भी इत्थे, जितने नरक सो मन मुख भोगे, वो नरक भी इत्थे बना लेंदा, कुत्ता भी इत्थे ही बन जाता है। नानक से नर असल खारजे बिन गुण गर्भ करंत। जदों गुण कोल कोई ना होवे और फिर असी हंकारे फिरीए ना,
ਉਹਨੂੰ ਖਰ ਕਹਿੰਦੇ ਨੇ, ਖੋਤਾ, ਅਵਲ ਦਰਜੇ ਦਾ ਡੰਕੀ। ਮਰਨ ਤੋਂ ਬਾਅਦ ਨਹੀਂ, ਹੁਣੇ ਹੀ। ਜਦੋਂ ਸਾਡੇ ਘਰ ਵਿੱਚ ਕੋਈ ਬੱਚਾ कहना ना समझे, कहना ना मन्ने, तो असी कहते इसकी बात मत करो, ये तो गधा है, इसको इतनी बारी समझाया समझता नहीं है, गधा है ये। की है? स्टबन है। गधा स्टबन होता है। चार टंगा वाले जानवर गधे की नहीं गल चल रही। उस अवस्था नूं जदों इंसान जींदा है, इसनूं गुरमती च आवागमन कहते हैं, इसनूं पल पल का जन्म मरण कहते हैं। सो ਇਹ ਸਿੱਖ ਲੈ ਕਿ ਮੈਂ ਇਹ ਗੋਦੜੀ ਤਨ ਉੱਤੇ ਪਾਣੀ ਹੈ। ਜਦੋਂ ਉਹ ਪਾ ਲਈਦਾ ਨਾ, ਉਹਦੇ ਵਾਸਤੇ ਸਾਨੂੰ ਮੈਲੇ ਨੋਵੇਂ ਦਾ ਇੱਕ ਸ਼ਬਦ ਮੈਨੂੰ ਯਾਦ ਆਇਆ। पंचाली को राज सभा में राम नाम सुध आई। पंचाली को राज सभा में राम नाम सुध आई। पंचाली को राजसभा में राम नाम सुध आई। पंचाली को राजसभा में राम नाम सुध आई। पंचाली को राजसभा में राम नाम सुध आई। ताको दुख हरियो करुणा में, ताको दुख हरियो करुणा में, अपनी पैज बढ़ाई। हर को नाम सदा सुखदाई। हर को नाम सदा सुखदाई। जाको सिमर अजामल उधरे हो, जाको सिमर अजामल उधरे हो। गन का हूँ गत पाई। हर को नाम सदा सुखदाई। सो हर को नाम की होया? सतगुर दी ओ वाली दित्ती हुई मत, जिदा चोला पंचाली उत्ते पाया। देखो कितना गुरबाणी ऐसियां रिडल्स खोलती है। जिहड़ी असी कहानी सुनते हैं, उस कहानी विच द्रौपदी नूं कृष्ण जी दी सुध आई। गुरु साहब बाणी च रिडल खोलते हैं कि दरअसल वट हैपन्स जदों मेरी मत द्रौपदी विकारां तो भाव दुर्योधन वर्गे मंदे मंदे ख्यालां तो लुट्टी जाती है पत, तां उसनूं पंचाली को, साडी मत नूं पंचाली कहंदे ने, पंचाली को राज सभा में, किन्हां दी राज सभा है? जमा दी। जेड़ा जम आके मेरे को चंगे गुण खोंदा, पंचाली को राज सभा में राम नाम सुध आई। जे गुरु साहब उस कहानी की गल करते तो कहते कृष्ण की सुध आई। राम नाम सुध आई मीनस रब्बी गुणा दी मत दी सोझी मिलना, जिहदे नाल पत कज्जी जाती है खिंथा काल, ते उस वेले कुआरी काया जुगत की समझ आ जाती है। मानो मन रूपी आत्मा नूं काया कहते ने,
ਉਹ ਕੁਆਰੀ ਮੀਨਸ ਜਮਾ ਤੋਂ ਨਹੀਂ ਲੁੱਟੀ ਜਾਂਦੀ ਹੈ ਉਸਦੀ ਪੱਤ, ਉਹ ਹਮੇਸ਼ਾ ਵਰਜਿਨ ਰਹਿੰਦੀ ਹੈ, ਕੁਆਰੀ ਰਹਿੰਦੀ ਹੈ। ਡੰਡਾ ਪ੍ਰਤੀਤ, ਉਸਨੂੰ ਇਹ ਵਾਲੀ ਪ੍ਰਤੀਤੀ ਦ੍ਰਿੜ ਹੋ ਜਾਂਦੀ ਹੈ, ਇਸ ਨੂੰ ਡੰਡਾ ਪ੍ਰਤੀਤ ਕਹਿੰਦੇ ਨੇ। ਸੋ ਖਿੰਥਾ ਵਿਕਾਰੀ ਹੱਥੀਂ, ਵਿਕਾਰਾਂ ਹੱਥੀਂ ਕਾਲ ਭਾਵ ਆਤਮਕ ਮੌਤ ਤੋਂ ਬਚਣ ਲਈ ਵਿਵੇਕ ਬੁੱਧੀ ਦੀ ਓੜਨੀ ਓੜਨਾ। ਖਿੰਥਾ ਕਾਲ ਵਿਕਾਰਾਂ ਕਾਰਨ ਆਤਮਕ ਮੌਤ ਜੋ ਹੁੰਦੀ ਹੈ। ਜੁਗਤ ਵਿਕਾਰਾਂ ਤੋਂ ਮੁਕਤ ਹੋਣ ਲਈ ਸਤਿਗੁਰ ਦੇ ਤੱਤ ਗਿਆਨ ਨੂੰ ਅਮਲੀ ਤੌਰ 'ਤੇ ਜੀਣ ਦੀ ਮੱਤ ਪ੍ਰਾਪਤ ਹੁੰਦੀ ਹੈ। ਡੰਡਾ ਦ੍ਰਿੜ ਪ੍ਰਤੀਤੀ ਵਿਸ਼ਵਾਸ ਹੋਣਾ। ਡੰਡਾ ਪ੍ਰਤੀਤ ਕੀ ਹੁੰਦਾ ਹੈ? ਪ੍ਰਤੀਤ ਹੁੰਦਾ ਹੈ ਵਿਸ਼ਵਾਸ, ਭਰੋਸਾ, आस्था, पक्का विश्वास हो जाना कि अगर मैं अवगुणों के साथ हाथ लगाता हूं तो मेरे हाथ जलते हैं, अगर मैं चंगे गुणां नाल जींदा हाँ तो मैनूं चैन प्राप्त होंदा है, आत्मक सुख प्राप्त होंदा है, बेचैनी तो मैं छुटदा हाँ। इन्हां गल्लां नूं जदों जींदे हाँ ਤਾਂ ਪੱਕਾ ਵਿਸ਼ਵਾਸ ਹੋ ਜਾਂਦਾ ਹੈ। ਉਹਨੂੰ ਡੰਡਾ ਪ੍ਰਤੀਤ ਕਹਿੰਦੇ ਨੇ। ਦ੍ਰਿੜਤਾ, ਕੁਆਰੀ ਪਵਿੱਤਰਤਾ, ਵਿਕਾਰਾਂ ਤੋਂ ਮੁਕਤ ਕੁਆਰੀ ਕਾਇਆ, ਮਨ ਦੀ ਕਾਇਆ ਕੁਆਰੀ ਹੋ ਜਾਂਦੀ ਹੈ ਅਤੇ ਵਿਕਾਰ ਰਹਿਤ ਮਨ ਵਿਕਾਰਾਂ ਤੋਂ ਮੁਕਤ ਕੁਆਰੀ ਕਾਇਆ ਦੇ ਨਾਲ ਜੀਂਦਾ ਹੈ। ਇਸ ਸਾਰੇ ਦਾ ਅਰਥ ਕੀ ਬਣਿਆ? ਵਿਵੇਕਤਾ ਦੀ ਓੜਨੀ ਦਾ ਧਾਰਨੀ ਜਦੋਂ ਸਾਡਾ ਵਿਰਲਾ ਮਨ ਬਣ ਜਾਂਦਾ ਹੈ, ਭੈੜੇ ਖਿਆਲਾਂ ਅਤੇ ਮੈਲੀ ਬੁੱਧੀ ਦੇ ਹਮਲਿਆਂ ਤੋਂ ਬਚ ਜਾਂਦਾ ਹੈ। ਸਰੀਰਕ ਮੋਹ ਭਾਵ ਆਤਮਕ ਮੌਤ ਦਾ ਡਰ ਉਸਨੂੰ ਨਹੀਂ ਰਹਿੰਦਾ, ਇਹ ਉਸਨੂੰ ਅਸਰ ਨਹੀਂ ਕਰਦਾ। ਵਿਰਲੇ ਮਨ ਨੂੰ ਸਰਬ ਵਿਆਪੀ ਇੱਕ ਰੱਬ ਜੀ ਵਰਤ ਰਹੇ ਦਾ ਤੱਤ ਗਿਆਨ ਸਮਝ ਆ ਜਾਂਦਾ ਹੈ, ਇਹ ਉਸਨੂੰ ਦ੍ਰਿੜ ਹੋ ਜਾਂਦਾ ਹੈ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ। ਆਈ ਪੰਥੀ ਸਗਲ ਜਮਾਤੀ ਹੁੰਦਾ ਕਿਸੇ ਨਾਲ ਵਿਤਕਰਾ ਨਹੀਂ ਰਹਿੰਦਾ, ਉਹਨੂੰ ਆਈ ਪੰਥੀ ਕਹਿੰਦੇ ਨੇ। ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਵਿਤਕਰਾ ਨਹੀਂ ਰਹਿੰਦਾ, ਅਮੀਰ ਗਰੀਬ ਦਾ ਵਿਤਕਰਾ ਨਹੀਂ ਰਹਿੰਦਾ, ਇਸਤਰੀ ਮਰਦ ਦਾ ਜੈਂਡਰ ਡਿਸਕ੍ਰਿਮੀਨੇਸ਼ਨ ਦਾ ਵਿਤਕਰਾ ਨਹੀਂ ਰਹਿੰਦਾ। ਜਿਨ੍ਹਾਂ ਨੂੰ ਵਿਤਕਰਾ ਰਹਿੰਦਾ ਉਹ ਆ ਕੇ ਕਹਿੰਦੇ ਨੇ ਉਹ ਸ਼ਬਦ ਦੱਸੋ ਜਿਹਦੇ ਨਾਲ ਘਰ ਪੁੱਤਰ ਹੁੰਦਾ। ਫਲਾਣੀ ਥਾਂ 'ਤੇ ਜਾਓ, ਉੱਥੇ ਤੋਂ ਅਸੀਂ ਫਲਾਣੇ ਬਾਬਾ ਜੀ ਕੋਲ ਜਾਓ, 40 ਦਿਨ ਜਾਓ, ਨੰਗੇ ਪੈਰ ਜਾਓ, ਇਹ ਵਾਲਾ ਚੋਲਾ ਚੜਾਓ, ਇਹ ਵਾਲਾ ਪਾਠ ਕਰੋ, ਪੁੱਤਰ ਹੋਏਗਾ। ਜੈਂਡਰ ਡਿਸਕ੍ਰਿਮੀਨੇਸ਼ਨ, ਭਰੂਣ ਹੱਤਿਆ ਸਟਾਰਟਸ, ਫੀਮੇਲ ਫੀਟੀਸਾਈਡ ਸਟਾਰਟਸ। ਜਿਨ੍ਹਾਂ ਨੂੰ ਇਹ ਵਾਲੀ ਗੱਲ ਸਮਝ ਆ ਜਾਏਗੀ ਆਈ ਪੰਥੀ ਸਗਲ ਜਮਾਤੀ ਦੀ, ਉਹ ਇਹ ਫੀਮੇਲ ਫੀਟੀਸਾਈਡ ਦੀ ਗੇਮ ਤੋਂ ਬਚ ਜਾਣਗੇ। ਵੰਸ਼ ਚਲਾਉਣ ਦੀਆਂ ਗੱਲਾਂ ਅਤੇ ਘਰ ਕੇਵਲ ਪੁੱਤਰ ਹੀ ਹੋਵੇ, ਇਹ ਵਾਲੀਆਂ ਗੱਲਾਂ ਤੋਂ ਅਸੀਂ ਛੁੱਟ ਜਾਂਦੇ ਹਾਂ। ਅਤੇ ਤੇਰ ਮੇਰ ਤੋਂ, ਆਪਣਾ ਪਰਾਇਆ ਤੋਂ, ਕੇਵਲ ਬਲੱਡ ਰਿਲੇਸ਼ਨ ਦੇ, ਆਪਣੇ ਕੂਏ ਕੇ ਮੈਂਡਕ ਦੇ, ਆਪਣੇ 4 ਬੰਦਿਆਂ ਦੇ ਟੱਬਰ ਦੇ ਅੰਦਰ ਰੈਸਟ੍ਰਿਕਟ ਹੋ ਕੇ ਉਹ ਮਨੁੱਖ ਨਹੀਂ ਰਹਿੰਦਾ। ਫਿਰ ਉਸ ਵਾਸਤੇ ਸਾਰੀ ਦੁਨੀਆ ਇੱਕ ਪਿਤਾ ਇੱਕ ਸਕੇਮ ਬਾਰਕ ਵਾਲਾ ਟੱਬਰ ਬਣ ਜਾਂਦਾ ਹੈ। ਜਦੋਂ ਆਈ ਪੰਥੀ ਸਗਲ ਜਮਾਤੀ ਸਮਝ ਆਉਂਦੀ ਹੈ, ਜ਼ਾਤ ਪਾਤ ਦਾ ਵਿਤਕਰਾ ਖਤਮ ਹੋ ਜਾਂਦਾ ਹੈ, ਇੱਕ ਪਿਤਾ ਇੱਕ ਸਕੇਮ ਬਾਰਕ ਵਾਲੀ ਮੱਤ ਆ ਜਾਂਦੀ ਹੈ। ਮਨ ਜੀਤੈ ਜਗਜੀਤ, ਸਤਿਗੁਰ ਦੀ ਮੱਤ ਅਨੁਸਾਰ ਵਿਰਲੇ ਮਨ ਨੂੰ ਆਪਣੇ ਖਿਆਲਾਂ ਫੁਰਨਿਆਂ ਨੂੰ ਕਾਬੂ ਕਰਨਾ ਆ ਜਾਂਦਾ ਹੈ। ਆਪਣੇ ਖਿਆਲਾਂ ਫੁਰਨਿਆਂ ਨੂੰ ਕਾਬੂ ਕਰਨਾ जग जीत कहलाता है। जग डज नॉट मीन लोगों को जीतना शुरू कर देता है, वो जग जीत, जग होता है थॉट प्रोसेस, वो काबू करन योग हो जाता है। उसनों अपना काम क्रोध ओंकार काबू करना आ जाता है। उसनों अपने अखां दे नाल किसी नूं हेटेड लुक नहीं देता है और अपनी बॉडी नाल अपना हंकार नहीं दिखाता है और नम्रता विच कोमलता च आ जाता है। उसके सारे अंग काबू, विरले मन के ख्याल और सुभाव विचों वितकरे की मत मुक जाती है। सब विच रब्बी नूर उसनों समझ आना शुरू हो जाता है। आई पंथी सगल जमाती और इस सदका सुरत मत मन बुद्ध इंद्रिया ज्ञान इंद्रिया रोम रोम विच रब जी नूं महसूस करता है। मन की मत तो छुट के विवेक बुद्धि नाल सारे ख्याल और सुभाव नूं काबू करन योग हो जाता है। आदेश दिसै आदेश, सिर झुका के नम्रता नाल समर्पित करता है। विरला मन रोम रोम इंद्रिय ज्ञान इंद्रिया ते हर एक अंग सिर झुका के नम्रता भी सतगुर की मत अगे समर्पण कर दिंदा है। दैट वी सरेंडर, मैं तेरे मार्ग ते टुरन आया हाँ और मैं पिछे बिल्कुल नहीं हटांगा। सतगुर की मत का सुनिया सदीवी समझ आ जाता है। आद अनील अनाद नाह जुग जुग इको वेस, आदमी शुरू तो जदों उसकी नवीं सृष्टि बनती है।
ਅਨਾਹਤ ਜਿਸ ਨੂੰ ਕਦੇ ਕੋਈ ਖਤਮ ਨਹੀਂ ਕਰ ਸਕਦਾ। ਅਨੀਲ ਉਜਵਲ ਵਿਕਾਰਾਂ ਦੇ ਮੈਲ ਤੋਂ ਰਹਿਤ ਵਾਲੀ ਚਮਕ ਵਾਲੀ ਮਤ ਉਹ ਹਾਸਿਲ ਕਰਦਾ ਹੈ। ਵਿਰਲਾ ਮਨ ਕੋਈ ਜਿਸ ਦੀ ਅਵਸਥਾ ਤੇ ਇਸ ਅਵਸਥਾ ਜਦੋਂ ਅਪੜਦਾ ਹੈ ਉਸ ਦੀ ਨਵੀਂ ਸ੍ਰਿਸ਼ਟੀ ਬਣਦੀ ਹੈ ਔਰ ਉਸ ਹੀ ਸ੍ਰਿਸ਼ਟੀ ਨੂੰ ਅਨਾਹਤ ਕੋਈ ਹਿਲਾ ਨਹੀਂ ਸਕਦਾ। ਕੋਈ ਮੀਨਸ ਕੋਈ ਵਿਕਾਰ, ਕੋਈ ਮੰਦੇ ਖਿਆਲ। ਜਿਸ ਇਨਸਾਨ ਨੂੰ ਇਹ ਦ੍ਰਿੜ ਹੋ ਜਾਂਦਾ ਕਿ ਮੈਂ ਰਿਸ਼ਵਤ ਨਹੀਂ ਲੈਣੀ, ਉਹਨੂੰ ਜਿਤਨੀ ਮਰਜ਼ੀਆਂ ਲਾਲਚਾਂ ਦਿਓ, ਰਿਸ਼ਵਤ ਨਹੀਂ ਲੈਂਦਾ। ਉਹਦੀ ਸ੍ਰਿਸ਼ਟੀ ਨਵੀਂ ਬਣ ਗਈ ਔਰ ਇਸ ਨਵੀਂ ਸ੍ਰਿਸ਼ਟੀ ਵਿੱਚ ਉਸ ਨੂੰ ਕੋਈ ਨਾ ਸ਼ਰਾਬ ਪਿਲਾ ਸਕਦਾ ਹੈ, ਨਾ ਕੋਈ ਉਸ ਨੂੰ ਰਿਸ਼ਵਤ ਦੇ ਸਕਦਾ ਹੈ, ਨਾ ਉਹਨੂੰ ਕੋਈ ਮੰਦੇ ਪਾਸੇ ਟੈਂਪਟਿੰਗ ਕਰਾ ਸਕਦਾ। ਉਹਦੀ ਨਵੀਂ ਸ੍ਰਿਸ਼ਟੀ ਬਣ ਜਾਂਦੀ ਹੈ ਅਤੇ ਅਨੀਲ ਵਾਲੀ ਵਿਕਾਰਾਂ ਤੋਂ ਮੁਕਤ ਵਾਲੀ ਉਜਵਲ ਸੁਭਾਅ ਵਾਲੀ ਚਮਕ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਇਹ ਉਸਦਾ ਅਬਚਲ ਨਗਰ ਸੱਜ ਜਾਂਦਾ ਹੈ। ਅਬਚਲ ਨਗਰ ਵਿੱਚ ਬੇਗਮਪੁਰਾ ਜਿਸ ਨੂੰ ਕਹਿੰਦੇ ਨੇ, ਬੇਗਮਪੁਰਾ ਸ਼ਹਿਰ ਕੋ ਨਾਂ ਉਸਦਾ ਵਸ ਜਾਂਦਾ। ਉਹਦੀ ਨਵੀਂ ਸ੍ਰਿਸ਼ਟੀ, ਨਵਾਂ ਸ਼ਹਿਰ ਵਸ ਜਾਂਦਾ ਹੈ ਔਰ ਜੁਗ ਜੁਗ ਇੱਕ ਹੋਵੇ ਸਾਰੇ ਖਿਆਲ ਸੁਭਾਅ ਸਤਿਗੁਰ ਦੀ ਮੱਤ ਦਾ ਵੇਸ ਧਾਰਨ ਕਰ ਲੈਂਦੇ ਨੇ। ਫੋਰ ਐਵਰ ਉਸ ਨੂੰ ਯੂਨੀਕ ਸਤਿਗੁਰ ਦੀ ਮੱਤ ਦਾ ਚੋਲੇ ਦਾ ਵੇਸ ਪ੍ਰਾਪਤ ਹੋ ਜਾਂਦਾ, ਇਸ ਨੂੰ ਓੜ ਲੈਂਦਾ। ਸੁਰਤ ਮਤ ਬੁੱਧ ਉੱਤੇ ਚੋਲਾ ਪਾ ਲੈਂਦਾ ਸੱਚ ਦਾ। ਹਰ ਇੱਕ ਖਿਆਲ ਸੋਚਣੀ ਦਾ ਢੰਗ ਸਤਿਗੁਰ ਦੀ ਮੱਤ ਦੀ ਓੜਨੀ ਨੂੰ ਓੜ ਲੈਂਦਾ ਹੈ। ਇੱਕ ਸ਼ਲੋਕ ਬੜਾ ਪਾਪੂਲਰ ਹੈ, ਸੱਚੋ ਔਰ ਹੈ ਸਭ ਕੋ ਉੱਪਰ ਸੱਚ ਆਚਾਰ। ਅਤੇ ਇਹਦੇ ਅਰਥ ਇਹ ਕੀਤੇ ਹੁੰਦੇ ਨੇ, ਸਾਰਿਆਂ ਤੋਂ ਉਰੇ ਸੱਚ ਹੈ ਲੇਕਿਨ ਸੱਚ ਤੋਂ ਵੀ ਉੱਪਰ ਹੈ ਚੰਗਾ ਆਚਰਣ, ਇਹ ਕੀਤੇ ਜਾਂਦੇ ਨੇ। ਤਾਂ ਮੈਂ ਸੋਚ ਰਿਹਾ ਸੀ, ਫਰਜ਼ ਕਰੋ ਮੈਂ ਸਤਿਗੁਰ ਜੀ ਇੱਥੇ ਨੇ ਔਰ ਮੈਂ ਨੀਵਾਂ ਹਾਂ। ਜੇ ਮੈਂ ਸਤਿਗੁਰ ਦੀ ਮੱਤ ਲੈ ਲਾਂ ਤਾਂ ਮੈਂ ਸਤਿਗੁਰ ਤੋਂ ਉੱਪਰ ਤੇ ਨਹੀਂ ਹੋ ਸਕਦਾ, ਭਾਵੇਂ ਮੈਂ ਜਿੰਨਾ ਮਰਜ਼ੀ ਚੰਗਾ ਬਣ ਜਾ। ਮੈਨੂੰ ਜਾਪਦਾ ਇੰਝ ਹੈ, ਗੁਰੂ ਸਾਹਿਬ ਕਰ ਰਹੇ ਸੱਚੋ ਔਰ ਹੈ ਹੁੰਦਾ ਓੜਨਾ। ਸੱਚ ਦੀ ਮੱਤ ਨੂੰ ਜਦੋਂ ਆਪਣੀ ਮੱਤ ਉੱਤੇ ਚੋਲਾ ਪਾਉਂਦੇ ਹਾਂ, ਓੜਦੇ ਹਾਂ, ਸੱਚੋ ਔਰ ਹੈ ਸਭ ਕੋ ਇੱਕ ਇੱਕ ਖਿਆਲ ਉੱਤੇ ਪਾ ਲੈਂਦੇ ਹਾਂ, ਉੱਪਰ ਸੱਚ ਆਚਾਰ, ਉਹਦਾ ਉੱਚਾ ਜੀਵਨ ਬਣ ਜਾਂਦਾ ਹੈ। ਉੱਚਾ ਐਲੀਵੇਟਿਡ ਮਾਈਂਡ ਵਾਲੀ ਉੱਚੀ ਸੁਰਤ ਮਤ ਬੁੱਧ ਵਾਲਾ ਜੀਵਨ ਬਣ ਜਾਂਦਾ। ਕਦੋਂ? ਜਦੋਂ ਮਨ ਨੀਵਾਂ ਹੋਵੇ ਤਾਂ ਸੁਰਤ ਮਤ ਬੁੱਧ ਉੱਪਰ ਹੋ ਜਾਂਦੀਆਂ ਨੇ ਔਰ ਉੱਚਾ ਜੀਵਨ ਬਣ ਜਾਂਦਾ। ਇਸੀ ਕਰਕੇ ਰੱਬ ਦੇ ਗੁਣਾਂ ਨੂੰ ਜੀ ਕੇ ਜਦੋਂ ਕੋਈ ਸਪਿਰਿਚੁਅਲਿਟੀ ਅਟੇਨ ਕਰਦਾ ਉਹਨੂੰ ਕਹਿੰਦੇ ਨੇ ਐਲੀਵੇਟ ਹੋ ਗਿਆ, ਐਲੀਵੇਸ਼ਨ ਹੋ ਗਈ। ਉਹਨੂੰ ਕਹਿੰਦੇ ਨੇ ਧਰਤੀ ਦੀ ਵਰਲਡਲੀ ਨਿਕੰਮੇ ਖਿਆਲਾਂ ਦੀਆਂ ਚੀਜ਼ਾਂ ਤੋਂ ਉਹ ਮਨੁੱਖ ਉੱਪਰ ਉੱਠ ਗਿਆ, ਐਲੀਵੇਟ ਹੋ ਗਿਆ। ਅਤੇ ਜਿਹੜੇ ਲੋਕ ਕਹਿੰਦੇ ਨੇ ਫਾਲ ਇਨ ਲਵ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਫਾਲ ਇਨ ਲਵ ਨਹੀਂ ਹੁੰਦਾ ਹੈ, ਗੁਰਮਤਿ ਅਨੁਸਾਰ ਰਾਈਜ਼ ਇਨ ਲਵ ਹੁੰਦਾ ਹੈ। ਅਸੀਂ ਉੱਪਰ ਚੜ੍ਹਦੇ ਹਾਂ, ਰੱਬੀ ਗੁਣਾਂ ਨੂੰ ਲੈ ਕੇ ਉੱਪਰ ਚੜ੍ਹਨਾ, ਅਤੇ ਇਹ ਜੁਗ ਜੁਗ ਇੱਕੋ ਵੇਸ ਉਹ ਧਾਰਨ ਕਰਦਾ ਹੈ। ਸਦੀਵੀ ਮੁੱਖ ਉਜਲੇ ਵਾਲੇ ਸੋਦਰ ਦੇ ਗੁਣਾਂ ਨੂੰ ਉਹ ਸੰਭਾਲ ਕੇ ਰੱਖਦਾ ਹੈ, ਹਰ ਇੱਕ ਖਿਆਲ ਨੂੰ ਉਹ ਜੀਂਦਾ ਹੈ। ਰੱਬੀ ਗੁਣ ਚੰਗੇ ਗੁਣ ਅਨਾਦ ਜਿਸ ਦਾ ਕੋਈ ਆਦ ਨਹੀਂ, ਵਿਰਲਾ ਮਨ ਇਹਨਾਂ ਗੁਣਾਂ ਨੂੰ ਉਜਵਲ ਭਾਵ ਅਨੀਲ ਆਪਣੀ ਸ੍ਰਿਸ਼ਟੀ ਵਿੱਚ ਆਕਾਰ ਬਣਾ ਲੈਂਦਾ ਹੈ। ਅਨਾਹਤ ਉਹ ਜਿਸ ਅਵਸਥਾ 'ਤੇ ਅਪੜਦਾ, ਇਸ ਅਵਸਥਾ ਤੋਂ ਉਸ ਨੂੰ ਕੋਈ ਡੁਲਾ ਨਹੀਂ ਸਕਦਾ। ਬਾਹਰੋਂ ਉਸ ਨੂੰ ਕੋਈ ਸਜ਼ਾ ਦੇ ਸਕਦਾ, ਉਸਦੇ ਸਰੀਰ ਨੂੰ ਬੰਦ ਕੱਟ ਸਕਦਾ ਹੈ, ਲੇਕਿਨ ਅੰਦਰੋਂ ਉਸ ਨੂੰ ਉਸ ਅਵਸਥਾ ਤੋਂ ਨਹੀਂ ਕੋਈ ਡੁਲਾ ਸਕਦਾ। ਸਦੀਵੀ ਸੱਚੇ ਨਿਜ ਘਰ ਰੱਬੀ ਦਰਬਾਰ ਦੇ ਸੁਨੇ ਰਾਹੀਂ ਸਰੀਰ ਦੇ ਹਰੇਕ ਇੰਦਰੇ ਗਿਆਨਿੰਦਰੇ ਰੋਮ ਰੋਮ ਅੰਗ ਅੰਗ ਨੂੰ ਤੋਰਨਾ ਹੀ ਸਦੀਵੀ ਸਤਿਗੁਰ ਦੀ ਮੱਤ ਦਾ ਵੇਸ ਧਾਰਨ ਕਰ ਲੈਂਦਾ ਹੈ। ਸੱਚੋ ਰਹਿ ਸਭ ਕੋ ਉੱਪਰ ਸੱਚ ਆਚਾਰ ਬਣ ਜਾਂਦਾ ਹੈ। ਕਦੋਂ? ਜਦੋਂ ਸੱਚ ਦੀ ਮੱਤ ਦਾ ਚੋਲਾ ਪਾਇਆ। ਇੱਕ ਸ਼ਲੋਕ ਮੈਨੂੰ ਹੋਰ ਯਾਦ ਆਇਆ, ਇੱਕ ਆਮ ਪਾਪੂਲਰ ਹੈ। ਜਦੋਂ ਅਸੀਂ ਵਿਚਾਰਾਂ ਕਰਦੇ ਹਾਂ ਜਾਂ ਕਿਸੇ ਨੂੰ ਸੁਣਦੇ ਹਾਂ ਨਾ ਤਾਂ ਪਤਾ ਲੱਗਦਾ। ਲੋਕ ਕਹਿੰਦੇ ਨੇ, ਕਈ ਲੋਕ ਨਾ ਅੰਦਰੋਂ ਬੜੇ ਚੰਗੇ ਹੁੰਦੇ ਨੇ ਪਰ ਉਹਨਾਂ ਕੋਲ ਬਾਹਰੋਂ ਕੁਝ ਗੜਬੜ ਹੋ ਜਾਂਦੀ ਹੈ। ਉਹਨੂੰ ਕਹਿੰਦੇ ਨੇ ਜੀ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ। ਪਰ ਜੇ ਅਸੀਂ ਇਹਦਾ ਉਚਾਰਨ ਕਰਨ ਤੋਂ ਪਹਿਲਾਂ ਉਹਦੀ ਗ੍ਰਾਮਰ ਦੇਖੀਏ, ਅੰਦਰ ਬਾਹਰ ਦੇ ਰਾਰੇ ਨੂੰ ਸਿਆਰੀ ਹੈ। ਗੁਰੂ ਸਾਹਿਬ ਕਹ ਰਹੇ ਜਿਨ ਪਟ, ਜਿਨ੍ਹਾਂ ਕੋਲ ਚੰਗੀ ਮੱਤ ਪ੍ਰਾਪਤ ਹੋ ਗਈ ਹੈ, ਰੇਸ਼ਮ ਵਰਗੀ ਪਿਓਰ ਦੇਸੀ ਘਿਓ ਵਾਲੀ ਮੱਤ, ਜਿਨ੍ਹਾਂ ਨੂੰ ਚਮਕ ਦੀ ਅਨੀਲ ਵਾਲੀ ਮੱਤ ਪ੍ਰਾਪਤ ਹੋ ਗਈ ਹੈ, ਜਿਨ ਪਟ ਅੰਦਰ ਬਾਹਰ, ਅੰਦਰ ਬਾਹਰ ਮੀਨਸ ਲੋਕ ਪਰਲੋਕ, ਲੋਕ ਪਰਲੋਕ ਮੀਨਸ ਇੱਥੇ ਉੱਥੇ ਆਗੇ ਪਾਛੇ, ਅੰਦਰੋਂ ਅਤੇ ਬਾਹਰੋਂ ਉਹਨਾਂ ਦੇ ਥਾਟ ਪ੍ਰੋਸੈਸ ਅਤੇ ਬਾਹਰਲੇ ਐਕਸ਼ਨਸ, ਅੰਦਰ ਬਾਹਰ ਗੁੱਦੜ, ਗੁੱਦੜ ਦਾ ਮਤਲਬ ਗਾਰਬੇਜ ਨਹੀਂ ਹੁੰਦਾ, ਗੁੱਦੜ ਦਾ ਮਤਲਬ ਕੂੜਾ ਨਹੀਂ ਹੁੰਦਾ। ਅੰਦਰ ਬਾਹਰ ਗੁੱਦੜ ਮੀਨਸ ਗੋਦੜੀ, ਖਿੰਥਾ,
ਉਹ ਚੋਲਾ ਪਾ ਲੈਂਦੇ ਨੇ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਕੀ ਫਾਇਦਾ ਹੁੰਦਾ? ਤਿੰਨੇ ਲੱਗਾ ਰੱਬ ਸਿੱਧੀ ਦੇਖਣੇ ਵਿਚਾਰ। ਉਹ ਰੱਬ ਜੀ ਦੇ ਰੰਗ 'ਚ ਰਹਿੰਦੇ ਨੇ। ਤੇ ਇੱਕ ਕਿਸੇ ਨੇ ਕੱਲ੍ਹ ਸਾਡੀ ਫਰਾਈਡੇ ਜਿਹੜੀ ਕਲਾਸ ਹੁੰਦੀ ਹੈ ਮੁਖਰਜੀ ਪਾਰਕ ਰਾਤੀ 8 ਤੋਂ 10 ਵਜੇ ਤੱਕ, ਉਹਦੇ ਵਿੱਚ ਕਿਸੇ ਨੇ ਸਵਾਲ ਪੁੱਛਿਆ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀਖ ਹਰੇ ਹਰ ਪਾਣੇ ਵੀਰ ਜੀ, ਇਹਦੇ ਕੀ ਅਰਥ ਹੁੰਦੇ ਨੇ? ਤਾਂ ਗੁਰੂ ਸਾਹਿਬ ਕਹਿੰਦੇ ਨੇ ਜਿਹਦੇ ਕੋਲੋਂ ਬਾਹਰੋਂ ਕੋਈ ਗਲਤੀ ਹੋ ਜਾਂਦੀ ਹੈ, ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਜੇ ਕਿਸੇ ਕੋਲ ਕੋਈ ਗਲਤੀ ਹੋ ਜਾਂਦੀ ਹੈ, ਭੀਖ ਹਰੇ ਉਹ ਵੀ ਖਰਾ ਹੋ ਸਕਦਾ ਹੈ। ਕਿਸ ਤਰ੍ਹਾਂ? ਹਰ ਪਾਣੇ, ਜੇ ਉਹ ਰੱਬ ਜੀ ਦੇ ਪਾਣੇ ਜੀਵੇ, ਰੱਬ ਜੀ ਦੀ ਮੱਤ ਨੂੰ ਪਾਏ, ਰੱਬ ਜੀ ਦੇ ਚੋਲੇ ਨੂੰ ਪਾਏ।